पंकज बंदन सिमरो अंगद दुख निकंद गुरु अमरदास हृदय नित त्यागो हृदय नित त्यागो। श्री गुरु रामदास गुण गावो गुरु अर्जन बेगनन के नाशक बेगनन के नाशक। हर गोविंद शुभ मत प्रकाशक। श्री हरि नमोकार जोरी नमोकार जोरी। श्री हरि कृष्ण मनाओ बहारी गुरुदेव बहादुर परम कृपाला जी परम कृपाला। श्री गुरु गोबिंद सिंह विशाला तरा तरा भग पुन पुन शीशा भग पुन पुन शीशा। बंदों बार बार जगदीश एक ओंकार सतगुरु कह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम श्री वाहिगुरु साहिब जी। जगत असार जान दुख खानी श्री गुरु की महिमा पहचानी। वाहिगुरु जी का खालसा वाहिगुरु जी की फतेह। धन 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 साहिब श्री गुरु ग्रंथ साहिब महाराज सच्चे पातशाह जी दे पावन पवित्र ते निੱਘੀ ਗੋਦ ਚ ਸ਼ਰਧਾਇਮਾਨ परम सत्कारयोग गुरु रूप गुरु प्यारी गुरु सवारी साध संगत जी आप जी बड़ भागी हो जो सतगुरु पातशाह जी के पावन दरबार दीयां हाजरियां भर के अमृतमय बाणी आनंदमय बाणी दी आनंद माण रहे। आप जी ने बड़े प्यार सत्कार शरधा भावना दे नाल गुरबाणी दे अमृतमय जाप सरवण करते हो नित प्रति कड़ीवार कथा दे नाल जुड़ते हो। धन धन बाबा बलवंत सिंह जी दुधाधारी जी के तप स्थान दीयां हाजरियां भरियां ने। लड़ीवार गुरु इतिहास के नाल जुड़न का यत्न करिए। पिछले दीवान दे विच सरवण करते सी मौलवी ने सतगुरु गुरु नानक साहब सच्चे पातशाह नूं आके खुदा दे नाम ते बोलण वास्ते बेनती की। सतगुरु जी बोले और आख्या संसार नाशवान है
ਉਸ ਪਰਮੇਸ਼ਰ ਅੱਗੇ ਬੇਨਤੀ ਕਰੀਏ, ਪਰ ਬੇਨਤੀ ਕਰੀਏ ਮਾਲਕ ਸਾਡੇ ਅਰਦਾਸ ਤੋਂ ਕਰਮ ਕਰਕੇ ਸੁਣ। ਤੂੰ ਵੱਡਾ ਹੈ, ਬੇਅਬ ਹੈ, ਬਖਸ਼ਿਸ਼ਾਂ ਦਾ ਦਾਤਾ ਹੈ। ਮੌਲਵੀ ਜੀ, ਜਿਨ੍ਹਾਂ ਵਾਸਤੇ ਤੁਸੀਂ ਕਹਿੰਦੇ ਹੋ ਸੰਸਾਰ ਵਾਸਤੇ ਜਿਉਣਾ ਹੈ, ਇਹ ਤੇ ਨਾਸ਼ਵਾਨ ਹੈ। ਸਭ ਕੁਛ ਨਾਸ਼ਵਾਨ ਹੈ। ਇੱਕ ਕੇਵਲ ਤੇ ਕੇਵਲ ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਹੈ, ਜਿਹੜਾ ਸਦਾ ਕਾਇਮ ਹੈ। ਸਤਿਗੁਰੂ ਜੀ ਦੇ ਬਚਨ ਸੁਣ ਕੇ ਬੜਾ ਆਸ਼ਚर्य ਹੋਇਆ। ਆਖਣ ਲੱਗਾ, ਮੈਨੂੰ ਜੀਵਨ ਦੀ ਸਮਝ ਆਈ ਹੈ। ਇਹ ਜੀਵਨ ਮਨੁੱਖਾ ਜਨਮ ਸਾਨੂੰ ਕਿਸ ਪ੍ਰਯੋਜਨ ਵਾਸਤੇ ਮਿਲਿਆ ਹੈ। ਹੁਣ ਮੈਨੂੰ ਸਮਝ ਆ ਗਈ ਹੈ। ਯਤਨ ਕਰਾਂਗਾ ਮੈਂ ਆਪਣੇ ਜੀਵਨ ਵਿੱਚ ਬੰਦਗੀ ਕਰਾਂ, ਮੇਰੇ ਜੀਵਨ ਵਿੱਚੋਂ ਵਿਕਾਰ ਆਦਿ ਮੁੱਕ ਜਾਣ, ਖਤਮ ਹੋ ਜਾਣ। ਤੁਹਾਡੇ ਬਚਨਾਂ ਦੇ ਤੀਰ ਵੱਜੇ ਨੇ ਤੇ ਮੈਨੂੰ ਜੀਵਨ ਦੀ ਸਮਝ ਆ ਗਈ ਹੈ। ਇਸ ਤਰ੍ਹਾਂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਜਿਵੇਂ ਆਸ਼ਚर्य ਹੋਇਆ। ਕੁਛ ਪੰਕਤੀਆਂ ਬਾਕੀ ਨੇ, ਨਾਲ ਦੀ ਨਾਲ ਆਪਾਂ ਅਗਲਾ ਪ੍ਰਸੰਗ ਆਰੰਭ ਕਰ ਦੇਣਾ। ਆਓ ਪਿਆਰ ਸਤਿਕਾਰ ਸਹਿਤ ਜੁੜਨ ਦਾ ਯਤਨ ਕਰੀਏ। ਕੋਈ ਰਸਨਾ ਮਾਂਝੀ ਨਾ ਰਵੇ, ਪਿਆਰ ਸਤਿਕਾਰ ਸਹਿਤ ਕਹਿਣਾ ਕਰ ਲਈਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਗਤ ਅਸਾਰ ਜਾਨ ਦੁਖ ਖਾਨੀ, ਸ੍ਰੀ ਗੁਰ ਕੀ ਮਹਿਮਾ ਪਹਿਚਾਨੀ। ਜਗਤ ਨੂੰ ਦੁੱਖਾਂ ਦੀ ਖਾਣ ਸਮਝ ਕੇ ਮੌਲਵੇ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਪਛਾਣ ਲਿਆ। ਬੰਦ ਹਾਥ ਦੋ ਕਰੀ ਸੋ ਬੰਧਨ, ਤੁਮ ਕੇ ਮਮ ਅਗਿਆਨ ਨਿਕੰਦਨ। ਦੋਵੇਂ ਹੱਥ ਜੋੜ ਕੇ ਬੜੇ ਪਿਆਰ ਸਤਿਕਾਰ ਸਹਿਤ ਬੇਨਤੀ ਕੀਤੀ, ਮੈਂ ਅਗਿਆਨੀ ਹਾਂ ਸੱਚੇ ਪਾਤਸ਼ਾਹ ਜੀ, ਮੈਂ ਨਾਸ਼ ਹੋਣ ਵਾਲਾ ਤੁਹਾਡੀ ਮਹਿਮਾ ਕੀ ਕਰ ਸਕਦਾ ਹਾਂ। ਪੂਰਨ ਪੁਰਖ ਰੂਪ ਹਰ ਸਾਧੂ, ਨਰਨ ਉਧਾਰਹੁ ਬੁੱਧ ਅਗਾਧੂ। ਤੁਸੀਂ ਪੂਰਨ ਪੁਰਖ ਹੋ, ਹਰੀ ਦੇ ਸ੍ਰੇਸ਼ਟ ਬੁੱਧੀ ਵਾਲੇ ਹੋ, ਸੰਸਾਰਕ ਜੀਵਾਂ ਦਾ ਉਧਾਰ ਕਰਨ ਆਏ ਹੋ। ਕਮਲ ਬਦਨ ਜਿਉ ਤੁਮ ਪੁਰ ਆਵੈ, ਤਸ ਬਿਦ ਕਰਹੁ ਨਾ ਕੋ ਉਲਟਾਵੈ। ਇਹ ਕਮਲ ਜਿਹੇ ਮੁਖ ਵਾਲੇ ਸਤਿਗੁਰੂ ਜੀ, ਜਿਸ ਤਰ੍ਹਾਂ ਤੁਹਾਡੇ ਦਿਲ ਵਿੱਚ ਆਉਂਦੀ ਹੈ ਉਸੇ ਤਰ੍ਹਾਂ ਕਰੋ। ਤੁਹਾਡੇ ਹੁਕਮ ਨੂੰ ਕੌਣ ਮੋੜ ਸਕਦਾ? ਤੁਹਾਡੇ ਵਿਚਾਰ ਨੂੰ ਕੌਣ ਖੰਡਨ ਕਰ ਸਕਦਾ? ਤੁਹਾਡੇ ਕੀਤੇ ਨੂੰ ਕੋਈ ਖੰਡਨ ਨਹੀਂ ਕਰ ਸਕਦਾ। ਮੈਂ ਅਬ ਸੁਨਿਓ ਜੋ ਤੁਮ ਉਪਦੇਸੂ, ਜਪੋ ਨਾਮ ਤਜ ਜਗਤ ਕਲੇਸੂ। ਸੱਚੇ ਪਾਤਸ਼ਾਹ, ਮੈਂ ਤੁਹਾਡਾ ਉਪਦੇਸ਼ ਸੁਣਿਆ ਔਰ ਤੁਹਾਡਾ ਉਪਦੇਸ਼ ਮੈਂ ਹਿਰਦੇ ਦੇ ਅੰਦਰ ਧਾਰਨ ਕਰ ਲਿਆ। ਹੁਣ ਮੈਂ ਨਾਮ ਜਪਾਂਗਾ, ਦੁਨੀਆ ਦੇ ਕਲੇਸ਼ ਛੱਡ ਕੇ, ਦੁਨੀਆ ਦੇ ਵਿਕਾਰ ਛੱਡ ਕੇ, ਦੁਨੀਆ ਦੇ ਧੰਦੇ ਧੰਦਾਰ ਛੱਡ ਕੇ ਕੇਵਲ ਤੇ ਕੇਵਲ ਇੱਕ ਪ੍ਰਭੂ ਨਾਮ ਦੇ ਨਾਲ ਲਿਵ ਲਵਾਂਗਾ। ਆਸ ਕਹਿ ਗਮਨਿਓ ਧਾਮ ਮੂਲਾਨਾ, ਨਹਿ ਕਹਿ ਸੋ ਤਹਿ ਬਚਨ ਬਖਾਨਾ। ਇਹ ਕਹਿ ਕੇ ਮੌਲਾਨਾ ਆਪਣੇ ਘਰ ਨੂੰ, ਆਪਣੇ ਗ੍ਰਹਿ ਨੂੰ ਰਵਾਨਾ ਹੋ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਹ ਬਚਨ ਕਰਨਾ ਕਰਕੇ ਪਰਮੇਸ਼ਰ ਦਿਸ ਪ੍ਰੀਤ ਸੋ ਜਾਗੀ, ਬਿਖਿਨ ਤਿਆਗ ਏਕ ਲਿਵ ਲਾਗੀ। ਪ੍ਰਭੂ ਪਰਿਪੂਰਨ ਪਰਮਾਤਮਾ ਪਰਮੇਸ਼ਰ ਦੀ ਪ੍ਰੀਤ ਜਾਗ ਗਈ ਹਿਰਦੇ ਦੇ ਅੰਦਰ। ਹੁਣ ਜਦੋਂ ਪ੍ਰੀਤ ਪ੍ਰੇਮ ਪਰਮੇਸ਼ਰ ਦਾ ਜਾਗ ਗਿਆ ਤੇ ਜਿਹੜੇ ਵਿਸ਼ੇ ਵਿਕਾਰ ਨੇ ਉਹ ਤੇ ਸੁਭਾਵਕ ਹੈ, ਮੁੱਕ ਜਾਣਗੇ। ਛੱਡੇ ਨਹੀਂ ਜਾਂਦੇ, ਮੁੱਕ ਜਾਂਦੇ ਨੇ। ਫਿਰ ਜਦੋਂ ਇੱਧਰ ਪ੍ਰੀਤ ਲੱਗ ਗਈ ਨਾ, ਜਦੋਂ ਇਸ ਪਾਸੇ ਪ੍ਰੀਤ ਹੀ ਜੋੜ ਲਈ, ਹਿਰਦਾ ਹੀ ਜੋੜ ਲਿਆ, ਫਿਰ ਦੇਖ ਕੇ ਹਿਰਦਾ ਦੋ ਪਾਸੇ ਕਿਵੇਂ ਜੁੜ ਜਾਏਗਾ। ਜਦੋਂ ਇੱਧਰ ਪ੍ਰੀਤ ਲੱਗ ਗਈ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਤੇਰੇ ਨਾਲ ਜੁੜ ਗਈ, ਦੂਜੇ ਪਾਸੋਂ ਟੁੱਟ ਗਈ ਤੇ ਸੁਭਾਵਕ ਹੈ। ਬੁੱਲਾ ਬੜੇ ਸੋਹਣੇ ਸ਼ਬਦ ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਕੱਟਣਾ ਉੱਧਰ ਲਾਉਣਾ। ਇੰਨੀ ਕੀ ਗੱਲ ਹੈ, ਪਰ ਹੈ ਬੜੀ ਵੱਡੀ। ਇਹਨੂੰ ਸਮਝਣਾ ਬੜਾ ਕਠਿਨ ਹੈ, ਬੜਾ ਔਖਾ ਹੈ। ਪਰਮੇਸ਼ਰ ਦੀ ਪ੍ਰੀਤ ਜਿਹੜੀ ਸੀ ਉਹ ਜਾਗ ਗਈ ਤੇ ਵਿਸ਼ੇ ਵਿਕਾਰਾਂ ਤੋਂ ਮਨ ਨੇ ਜਿਹੜਾ ਸੀ ਉਹ ਛੱਡ ਦਿੱਤਾ। ਜੀਵ
ਜਗਤ ਜਪਤ ਰਹਿਓ ਸੋ ਨਾਮੁ ਅੰਤ ਕਾਲ ਗਮਨਿਓ ਹਰ ਧਾਮੁ। ਭਾਈ ਸਾਹਿਬ ਜੀ ਕਹਿੰਦੇ ਜਿਉਂਦੇ ਜੀ ਸਾਰੀ ਜ਼ਿੰਦਗੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਿਆ ਰਿਹਾ ਤੇ ਅੰਤ ਨੂੰ ਮੋਕਸ਼ ਨੂੰ ਪ੍ਰਾਪਤ ਹੋਇਆ। ਸ੍ਰੀ ਬਾਲਾ ਸੰਦਰ ਵਾਚ ਚਉਪਈ ਕਾਲੂ ਬਹਰੋ ਕੀਨ ਵਿਚਾਰਾ ਜਗਿਓ ਪਵਿੱਤ ਦੇਨ ਹਿਤ ਧਾਰਾ। ਮਹਿਤਾ ਕਲਿਆਣਦਾਸ ਜੀ ਨੇ ਵਿਚਾਰ ਕੀਤੀ, ਸਾਰੀ ਵਾਰਤਾਲਾਪ, ਸਾਰੀ ਇਤਿਹਾਸ ਦੀ ਵਿਚਾਰ, ਸਾਰੀ ਕਥਾ ਭਾਈ ਸਾਹਿਬ ਭਾਈ ਬਾਲਾ ਜੀ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕਹਿ ਰਹੇ ਨੇ। ਭਾਈ ਸਾਹਿਬ ਜੀ ਨੇ ਉੱਤੇ ਜੋ ਸਰਲੇਖ ਦਿੱਤਾ ਹੈ, ਸ਼੍ਰੀ ਬਾਲਾ ਸੰਧਰਵਾਜ ਬਾਲਾ ਭਾਈ ਬਾਲਾ ਜੀ ਜੋ ਸੰਧੂ ਗੋਤ ਦੇ ਵਿੱਚੋਂ ਹਨ, ਉਹ ਪ੍ਰੇਮ ਸਤਿਕਾਰ ਸਤ ਬੇਨਤੀ ਕਰਨ ਲੱਗੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਕਹਿਣ ਲੱਗੇ, ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਸੁਣੋ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਨੇ ਆਪਣੇ ਹਿਰਦੇ ਦੇ ਅੰਦਰ ਵਿਚਾਰ ਕਰਨਾ ਕੀਤੀ ਹੈ ਕਿ ਹੁਣ ਇਹਨਾਂ ਦੀ ਉਮਰ ਹੋ ਗਈ ਹੈ ਤਕਰੀਬਨ 9 ਸਾਲ ਦੀ, ਤੇ 9 ਸਾਲ ਦੀ ਉਮਰ ਧਾਰਮਿਕ ਰੀਤੀ ਹੈ ਸਾਡੇ ਵਿੱਚ ਵੀ ਜਦੋਂ 9 ਸਾਲ ਦੀ ਆਯੂ ਹੋ ਜਾਏ ਤੇ ਬੱਚੇ ਨੂੰ ਜਨੇਊ ਜਿਹੜਾ ਉਹ ਪਹਿਨਾਇਆ ਜਾਂਦਾ ਹੈ। ਇਸ ਕਰਕੇ ਇਹਨਾਂ ਦੀ 9 ਸਾਲ ਆਯੂ ਹੋ ਗਈ ਹੈ ਤੇ ਇਹਨਾਂ ਨੂੰ ਜਨੇਊ ਜਿਹੜਾ ਉਹ ਪਵਾ ਦੇਣਾ ਚਾਹੀਦਾ ਹੈ। ਪ੍ਰੋਹਿਤ ਜੋਤ ਹੈ ਕੋ ਹਰ ਦਿਆਲਾ ਸੋ ਬੁਲਾਏ ਨੀਨੋ ਤਤਕਾਲਾ। ਜਿਹੜਾ ਉਹਨਾਂ ਦਾ ਪ੍ਰੋਹਿਤ ਸੀ, ਪੰਡਿਤ ਸੀ, ਜਿਹਦਾ ਨਾਮ ਹਰਦਿਆਲ ਸੀ, ਤਤਕਾਲ ਛੇਤੀ ਦੇ ਨਾਲ ਆਪਣਾ ਦਾਸ ਭੇਜ ਕੇ ਉਸ ਨੂੰ ਬੁਲਾ ਲਿਆ। ਔਰ ਅਭਿਲਾਖਾ ਸਕਲ ਸੁਨਾਈ ਛਤਰੀ ਰੀਤ ਕਰੋ ਦਿਜਰਾਈ। ਆਪਣੇ ਹਿਰਦੇ ਦੀ ਖਾਸ ਜਿਹੜੀ ਸੀ ਉਹ ਦੱਸੀ, ਸਾਰੀ ਹੀ ਗੱਲ ਦੱਸਣਾ ਕੀਤੀ ਹੈ ਔਰ ਆਖਣਾ ਕੀਤਾ ਵੀ ਇਹ ਬ੍ਰਾਹਮਣਾਂ ਦੇ ਰਾਜੇ ਦਿਜਰਾਈ ਦਿਜਵਾਰਾਈ ਸ਼੍ਰੋਮਣੀ ਸੀ, ਉਹ ਬ੍ਰਾਹਮਣਾਂ ਦੇ ਵਿੱਚ ਸਮੇਂ ਦੇ ਉੱਚ ਬ੍ਰਾਹਮਣ ਸੀ ਪੰਡਿਤ ਹਰਦਿਆਲ ਜੀ। ਤੇ ਮਹਿਤਾ ਕਲਿਆਣਦਾਸ ਬੇਨਤੀ ਕਰਦੇ ਨੇ, ਕਹਿੰਦੇ ਇਹ ਰਾਜੇ ਬ੍ਰਾਹਮਣਾਂ ਦੇ ਰਾਜੇ ਮੇਰੇ ਬਚਨ ਸੁਣਨਾ ਕਰੋ। ਸੋਨ ਕਰ ਬਚ ਅਸ ਦਵਿਜ ਹਰਦਿਆਲੂ ਕਹਿਓ ਸੌਜ ਸਭ ਆਣ ਵਿਸਾਲੂ। ਸਾਰੀ ਗੱਲ ਦੱਸਣਾ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ 9 ਸਾਲ ਦੀ ਹੋ ਗਈ। ਮੇਰਾ ਮਨ ਹੈ ਧਾਰਮਿਕ ਰੀਤੀ ਅਨੁਸਾਰ ਆਪਾਂ ਇਹਨੂੰ ਜਨੇਊ ਪਹਿਨਾ ਦੇਈਏ। ਹੁਣ ਜਨੇਊ ਪਹਿਨਣ ਦੀ ਉਮਰ ਹੋ ਗਈ ਹੈ ਤੇ ਪੰਡਿਤ ਹਰਦਿਆਲ ਜੀ ਕਹਿੰਦੇ ਠੀਕ ਹੈ ਭਾਈ, ਕੋਈ ਗੱਲ ਨਹੀਂ, ਪਵਾ ਦਿਓ ਜਨੇਊ ਇਹਨੂੰ। ਇਹ ਸਾਰੀ ਸਮੱਗਰੀ ਲਿਖ ਲਓ ਤੇ ਸਾਰੀ ਸਮੱਗਰੀ ਮੰਗਵਾ ਲੈਣੀ। ਤੇ ਬਾਪੂ ਹਰਦਿਆਲ ਜੀ ਪੰਡਿਤ ਹਰਦਿਆਲ ਜੀ ਦਾ ਬਚਨ ਸੁਣ ਕੇ ਮਹਿਤਾ ਕਲਿਆਣਦਾਸ ਜੀ ਨੇ ਜਾ ਸਾਰੀ ਜੋ ਸਮੱਗਰੀ ਲਿਖੀ ਸੀ ਉਹ ਮੰਗਵਾ ਲਈ। ਸੁਭ ਬਾਸਰ ਸੋ ਦੀਨ ਬਤਾਈ ਕਰ ਆਰੰਭ ਜਿਉ ਅਦਕ ਬੜਾਈ। ਸ਼ੁਭ ਬਾਸਰ ਸ਼ੁਭ ਦਿਨ ਦੱਸ ਦਿੱਤਾ ਵੀ ਇਹ ਫਲਾਣੇ ਦਿਨ ਆਪਾਂ ਜਨੇਊ ਦਾ ਕਾਰਜ ਜਿਹੜਾ ਉਹ ਆਰੰਭ ਕਰ ਦੇਵਾਂਗੇ। ਤੇਜ ਵਰਤੇ ਸੁਨ ਕਰ ਤਬ ਕਾਲੂ ਸਭ ਸੰਭਾਲਣ ਆਣ ਉਤਾਲੂ। ਮਹਿਤਾ ਕਲਿਆਣਦਾਸ ਜੀ ਪੰਡਿਤ ਹਰਦਿਆਲ ਜੀ ਦੇ ਬਚਨ ਸੁਣ ਕੇ, ਸਾਰੀ ਗੱਲ ਸੁਣ ਕੇ, ਸਾਰੀ ਸਮੱਗਰੀ ਜਿੰਨੀ ਵੀ ਸੀ ਸਾਰੀ ਮੰਗਵਾਈ, ਸਾਰੀ ਸਾਂਭ ਲਈ। ਭੋਜਨ ਹੇਤ ਅੰਨ ਇਕਠਾਈ ਆਮਿਖ ਕਾਰਨ ਛਾਂਦ ਮੰਗਾਈ। ਭੋਜਨ ਵਾਸਤੇ ਜਿੰਨਾ ਰਾਸ਼ਨ ਪਾਣੀ ਸੀ ਉਹ ਵੀ ਸਾਰਾ ਇਕੱਠਾ ਕਰਨਾ ਕੀਤਾ ਇੱਕ ਜਗ੍ਹਾ ਤੇ, ਸਾਰਾ ਰਾਸ਼ਨ ਕਰ। ਪਰ ਭਾਈ ਸਾਹਿਬ ਜੀ ਨਾਲ ਇੱਕ ਬਚਨ ਵਰਤਦੇ ਨੇ, ਕਹਿਣ ਲੱਗੇ ਆਮਿਕ ਕਾਰਨ ਛਾਂਗ ਮੰਗਾਈ। ਛਾਂਗ ਕਹੀਏ ਬੱਕਰੇ ਨੂੰ, ਜਿਵੇਂ ਬੱਕਰੇ ਦਾ ਛਿਲਾਦ ਹੁੰਦਾ ਉਹਨੂੰ ਕਹਿੰਦੇ ਨੇ ਛਾਂਗ। ਕਹਿੰਦੇ ਇੱਕ ਬੱਕਰਾ ਵੀ ਮੰਗਵਾਉਣਾ ਕਰ ਦਿੱਤਾ। ਸਾਦੀਵਾਰ ਦੇ ਅੰਦਰ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਇਸ ਗੱਲ ਦਾ। ਕੋਈ ਬੱਕਰਾ ਨੇ ਨਖਾਇਆ ਸਭ ਕੋ ਆਖੇ ਪਾਏ। ਇੱਕ ਸ਼ਾਮ, ਕਿਉਂਕਿ ਉਸ ਸਮੇਂ ਦੀ ਜੋ ਰੀਤੀ ਸੀ, ਸ਼ਾਸਤਰ ਅਨੁਸਾਰ ਜੋ ਰੀਤੀ ਸੀ, ਉਸ ਰੀਤੀ ਅਨੁਸਾਰ ਮਹਿਤਾ ਕਲਿਆਣਦਾਸ ਜੀ ਕਰਨਾ ਕਰਦੇ ਪਏ। ਭਾਈ ਸਾਹਿਬ ਜੀ ਕਹਿੰਦੇ ਜਿੱਥੇ ਬਾਕੀ ਰਸਤ ਪਾਣੀ ਸਾਰਾ ਇਕੱਠਾ ਕੀਤਾ ਉੱਥੇ ਇੱਕ ਬੱਕਰਾ ਵੀ ਮੰਗਵਾਇਆ ਗਿਆ। ਜੋ ਛਤਰੀ ਕਾਲੂ ਕੇ ਗਿਆਤੀ ਸਭਨ ਅਮੰਤੂ ਦੀਨੋ ਖਿਆਤੀ। ਜਿੰਨੇ ਗਿਆਤੀ ਰਿਸ਼ਤੇਦਾਰ ਸਾਧ ਸੰਬੰਧੀ ਸਨ ਮਹਿਤਾ ਕਲਿਆਣਦਾਸ ਜੀ ਦੇ ਸਾਰਿਆਂ ਨੂੰ ਹੀ
ਸੱਦਾ ਦਿੱਤਾ ਗਿਆ। और जे नगर विपर कर रही वेदन विद के बेता अहि। ਹੋਰ ਜਿੰਨੇ ਵੀ ਨਗਰ ਦੇ ਵਿੱਚ ਬ੍ਰਾਹਮਣ ਆਦਿਕ ਰਹਿੰਦੇ ਸੀ ਉਹ ਸਾਰਿਆਂ ਨੂੰ, ਜਿਹੜੇ ਵੇਦਾਂ ਦੇ ਵਿਧਾਨ ਦੇ ਵਿੱਚ ਨਿਪੁੰਨ ਸੀ, ਸਾਰਿਆਂ ਨੂੰ ਬੁਲਾਇਆ ਗਿਆ। दयो अमंतु सबन पुकारी आए कालू धानु बजारी। ਸਾਰਿਆਂ ਨੂੰ ਹੀ ਸੱਦਾ ਭੇਜਿਆ ਗਿਆ। ਉਹ ਸਾਰੇ ਬੜੇ ਸਤਿਕਾਰ ਸਹਿਤ ਮਹਿਤਾ ਕਲਿਆਣ ਦਾਸ ਜੀ ਦੇ ਘਰ ਪਹੁੰਚੇ। ਸਮਾਂ ਬਣਿਆ, ਜਿਹੜਾ ਦਿਨ ਰੱਖਿਆ ਗਿਆ, ਜਿਹੜਾ ਸਮਾਂ ਰੱਖਿਆ ਗਿਆ, ਉਹ ਸਮਾਂ ਆਣ ਬਣਿਆ। गो मैं सो लेपन चित करके पूरे चौक हरख उर धर के। ਹੁਣ ਜਿਹੜਾ ਵਿਹੜਾ ਸੀ ਉਹ ਲੇਪਿਆ ਗਿਆ। ਕਾਹਦੇ ਨਾਲ? ਪੋਚਾ ਮਾਰਿਆ ਗਿਆ, ਗੋਹੇ ਦੇ ਨਾਲ। ਆਪਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ। ਹੁਣ ਅੱਜ ਆ ਕੇ ਨਾ ਪੱਥਰ ਲੱਗ ਗਏ ਸਾਡੇ ਘਰਾਂ ਦੇ ਵਿੱਚ, ਤੇ ਅੱਜ ਵੀ ਅਸੀਂ ਸ਼ਬਦ ਤੇ ਪੋਚਾ ਹੀ ਵਰਤਦੇ ਆ ਨਾ, ਭਾਵੇਂ ਪਾਣੀ ਦਾ ਮਾਰੀਏ, ਸ਼ਬਦ ਪੋਚਾ ਪਿੱਛੋਂ ਚੱਲਦਾ ਆ ਰਿਹਾ। ਪੋਚਾ ਅਸਲ ਦੇ ਵਿੱਚ ਗੋਬਰ ਦੇ ਨਾਲ ਘਰਾਂ ਦੇ ਵਿੱਚ ਵੱਡੇ ਵੱਡੇ ਵਿਹੜੇ ਹੋਣੇ, ਉਹਦੇ ਪੋਚਾ ਲਾਇਆ ਜਾਣਾ। ਸੁਚਮਤਾ ਕਰਨ ਵਾਸਤੇ ਅਸੀਂ ਉਸ ਨੂੰ ਸੁੱਚਾ ਸਮਝਦੇ ਸੀ। ਸੁੱਚਾ ਬਈ ਪੋਚਾ ਲਾਉਂਦੇ ਸੀ, ਸਾਰਾ ਵਿਹੜਾ ਸੁੱਚਾ। ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਗੋਹੇ ਦਾ ਪੋਚਾ ਫੇਰਿਆ ਗਿਆ ਸਾਰੇ ਵਿਹੜੇ ਦੇ ਵਿੱਚ, ਤੇ ਚੌਂਕ ਪੂਰਿਆ ਗਿਆ। श्री नानक जी पुन बुलवाए द्विज बाहज के बीच बसाए। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੁਲਾ ਲਿਆ। ਪੰਡਤ ਹਰਦਿਆਲ ਜੀ ਨੇ ਆਖਿਆ ਵੀ ਲਿਆਓ, ਬੁਲਾਓ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਆਲੇ ਦੁਆਲੇ ਪੰਡਤਾਂ ਦੀ ਸਭਾ ਬੈਠੀ ਹੋ, ਇੱਕ ਪੰਡਤ ਨਹੀਂ ਬੈਠਿਆ। ਪੰਡਤ ਹਰਦਿਆਲ ਜੀ ਦੇ ਨਾਲ ਜਿਹੜੇ ਵੇਦਾਂ ਦੇ ਗਿਆਤੇ ਹੋਰ ਸਨ ਨਗਰ ਦੇ ਵਿੱਚ ਰਹਿਣ ਵਾਲੇ ਅਨੇਕਾਂ ਪੰਡਤ ਸੀ, ਉਹ ਵੀ ਬੈਠੇ ਹੋਏ। ਇਹ ਕਹਿ ਲਓ ਵੀ ਪੰਡਤਾਂ ਦੀ ਸਭਾ ਜਿਹੜੀ ਸੀ ਉਹ ਬੈਠੀ ਹੋਈ ਸੀ। ज्यों उडगन की सभा मझारा जावे पूर्ण इंद उदारा। ਜਿਵੇਂ ਤਾਰਿਆਂ ਦੀ ਸਭਾ ਦੇ ਵਿੱਚ ਪੂਰਨਮਾਸ਼ੀ ਦਾ ਚੰਦਰਮਾ ਚਮਕ ਪਾਉਂਦਾ ਨਾ, ਤਾਰੇ ਭਾਵੇਂ ਗਿਣਤੀ ਦੇ ਵਿੱਚ, ਤਾਦਾਦ ਦੇ ਵਿੱਚ ਲੱਖਾਂ ਕਿਉਂ ਨਾ ਹੋਣ, ਪਰ ਚੰਦਰਮਾ ਦੀ ਸ਼ੋਭਾ ਚੋਖੀ ਹੈ। ਭਾਈ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਤਾਰਿਆਂ ਵਿੱਚ ਚੰਦਰਮਾ ਸ਼ੋਭਾ ਪਾਉਂਦਾ ਹੈ। शोभा संयुक्त त्यों तह जाई जैसे बीच सभा सुखदाई। ਇਸ ਤਰ੍ਹਾਂ ਸੁੱਖਾਂ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਖੱਤਰੀਆਂ ਤੇ ਬ੍ਰਾਹਮਣਾਂ ਦੀ ਸਭਾ ਵਿੱਚ ਬੈਠੇ ਸ਼ੋਭਾ ਪਾ ਰਹੇ ਹਨ। छत्रिन रीत जो हुती पुरातन सो कीनी दिजवर सब भातन। ਛਤਰੀਆਂ ਦੀ ਜਿਹੜੀ ਪੁਰਾਤਨ ਰੀਤ ਚੱਲੀ ਆਉਂਦੀ ਸੀ, ਪੰਡਤ ਜੀ ਨੇ ਸਭ ਭਾਤੀ ਉਸੇ ਤਰ੍ਹਾਂ ਸਭ ਕੁਝ ਪਹਿਲਾਂ ਉਸੇ ਤਰ੍ਹਾਂ ਕਰਨਾ ਕੀਤਾ। कुल आचार सिखावन लागा पुन पावन जन्यू अनुरागा। ਫਿਰ ਕੁਲ ਦੇ ਜਿਹੜੇ ਆਚਾਰ ਸੀ, ਵਿਚਾਰ ਸੀ, ਉਹ ਸਿਖਾਉਣ ਲੱਗ ਪਿਆ ਕਿ ਤੁਹਾਡੀ ਕੁਲ ਦਾ ਇਸ ਤਰ੍ਹਾਂ ਆਚਰਣ ਹੈ, ਇਹ ਵਿਚਾਰ ਹੈ, ਇਸ ਤਰ੍ਹਾਂ ਸਾਰਾ ਕੁਝ ਕਹਿ ਕੇ, ਤੇ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਨੇਊ ਪਾਉਣ ਲੱਗਾ। जगत विमोचन लोचन चारु चितवन कीनी मोख उदारू। ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ, ਮੁਕਤੀ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਨੇਤਰਾਂ ਦੇ ਨਾਲ ਪੰਡਤ ਹਰਦਿਆਲ ਜੀ ਨੂੰ ਤੱਕਿਆ ਤੇ ਤੱਕ ਕੇ ਸਵਾਲ ਕਰ ਦਿੱਤਾ। ਬੂਝਤ ਭੇਦ ਵਿਜ ਮੋਹੇ ਸੁਨਾਵੋ ਕਿਸ ਕਾਰਨ ਤੇ ਜਨਮੂ ਪਾਵੋ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੁੱਛਣ ਲੱਗੇ, ਕਹਿੰਦੇ ਪੰਡਤ ਜੀ ਵੀ ਇਹ ਜਨੇਊ ਮੈਨੂੰ ਕਿਉਂ ਪਾਉਣ ਲੱਗੇ ਹੋ, ਵੀ ਕੀ ਕਾਰਨ ਹੈ? ਕੌਣ ਅਧਿਕਤਾ ਜਾਂ ਕੇ ਪਾਏ ਕਿਸ ਪਦਵੀ ਇਹੋ ਦੇਤ ਪੁਚਾਏ। ਹੁਣ ਕਿਸ ਜ਼ਿਆਦਤੀ ਕਰਕੇ ਮੇਰੇ ਗਲ ਵਿੱਚ ਪਾਇਆ ਜਾ ਰਿਹਾ ਹੈ? ਕੀ ਇਹ ਪਾਉਣ ਦੇ ਨਾਲ ਕੋਈ ਪਦਵੀ ਮਿਲਦੀ ਹੈ? ਕੀ ਇਹ ਜਨੇਊ ਪਾਉਣ ਦੇ ਨਾਲ ਕੋਈ ਅਹੁਦਾ ਮਿਲ ਜਾਂਦਾ? ਉਹ ਮੈਨੂੰ ਦੱਸਣਾ ਕਰੋ। ਪਹਿਰੇ ਬਿਨਾ ਨੂਨ ਤਾਜੋ ਤਿਜ ਪਰ ਮੋਹਿ ਸਮਝਾਈ ਸੋ। ਔਰ ਜੇ ਨਾ ਮੈਂ ਪਾਵਾਂ ਫਿਰ ਉਹਦੇ ਨਾਲ ਕੁਝ ਘਟ ਜਾਏਗਾ, ਇਹ ਵੀ ਦੱਸ ਦਿਓ। ਇਹ ਪੰਡਤ ਜੀ ਮੈਨੂੰ ਸਮਝਾਓ, ਜੇ ਪਾਉਂਦਾ ਆ ਤੇ ਉਹਦੇ ਲਾਭ ਕੀ ਨੇ, ਜੇ ਨਹੀਂ ਪਾਉਂਦਾ ਤੇ ਉਹਦਾ ਘਾਟਾ ਕੀ ਹੈ? ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਡਿਤ ਜੀ ਨੂੰ
ਇਹ ਸਵਾਲ ਕਰ ਦਿੱਤਾ। ਸੁਨ ਹਰਦਿਆਲ ਚੌਂਕ ਚਿਤ ਚਮਕੀ, ਇੱਛਾ ਕਰਤ ਮੋਹ ਭ੍ਰਮ ਕਮ ਕੀ। ਔਰ ਪੰਡਤ ਜੀ ਬਚਨ ਸੁਣ ਕੇ ਨਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੇ ਹੈਰਾਨ ਹੋ ਗਏ। ਭਰਮ ਨਿਵਰਤ ਕਰਨ ਹੈ ਤੇ ਇੱਛਾ ਕੀਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ, ਜਿਹਦੀ ਬੜੇ ਹੀ ਸਮੇਂ ਤੋਂ ਇੱਛਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨ ਦੀ। ਪੂਰਬ ਆਸ ਸੁਨਨ ਉਪਦੇਸੂ, ਬਨੀ ਸੁਬਿਦ ਅਬ ਮਿਟਹਿ ਕਲੇਸੂ। ਬੜੇ ਚਿਰ ਤੋਂ ਇੱਛਾ ਸੀ ਗੁਰੂ ਦੇ ਬਚਨ ਸੁਣਨ ਦੀ, ਹੁਣ ਵਿਧ ਬਣ ਗਈ। ਹੁਣ ਉਹ ਸਮਾਂ ਆ ਗਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨ ਦਾ, ਜਿਹਨੂੰ ਸੁਣ ਕੇ ਜੀਵਨ ਦੇ ਹਿਰਦੇ ਦੇ ਕਲੇਸ਼ ਮਿਟ ਜਾਂਦੇ ਹਨ। ਜਾਨਤ ਜੌਨ ਮਹਾਤਮ ਗੁਰ ਕੋ, ਬੋਲਿਓ ਤਦਪ ਹਰਨ ਤੁਮ ਪੁਰਖੋ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੱਸਣ ਵਾਸਤੇ ਵੀ ਇਹਦਾ ਮਹਾਤਮ ਕੀ ਹੈ, ਆਪਣੇ ਹਿਰਦੇ ਤੋਂ ਇਸ ਤਰ੍ਹਾਂ ਬੋਲਣ ਲੱਗਾ। ਤੇਜ ਛਤਰੀ ਕੋ ਧਰਮ ਜੋ ਧਰਈ, ਜਾਗੇ ਪਵੀਤ ਸੁਪਾਵਨ ਕਰਈ। ਆਖਣ ਲੱਗੇ ਵੀ ਜਿਹੜੇ ਬ੍ਰਾਹਮਣ ਨੇ, ਖੱਤਰੀ ਨੇ ਧਰਮ ਨੂੰ ਧਾਰਨ ਕਰਨ ਵਾਸਤੇ ਜੰਝੂ ਪਾਇਆ ਜਾਂਦਾ ਹੈ ਤੇ ਇਹਨੂੰ ਪਵਿੱਤਰ ਸਮਝਿਆ ਜਾਂਦਾ ਹੈ। ਜੰਝੂ ਜਿਹੜਾ ਹੈ ਨਾ ਪਵਿੱਤਰ ਹੈ ਤੇ ਇਹਨੂੰ ਬੜਾ ਪਵਿੱਤਰ ਜਾਣਿਆ ਜਾਂਦਾ ਹੈ। ਜਿਹੜੇ ਪਹਿਨਦੇ ਨੇ ਉਹ ਪਵਿੱਤਰ ਹੋ ਜਾਂਦੇ ਹਨ। ਜਾਵਦ ਰੀਤ ਨ ਆਸ ਅਨੁਸਾਰੀ, ਤਾਵਦ ਨਹਿ ਚੌਕੇ ਅਧਿਕਾਰੀ। ਜਿੰਨਾ ਚਿਰ ਇਹ ਜੰਝੂ ਨਹੀਂ ਪਹਿਨ ਲੈਂਦਾ ਖੱਤਰੀ ਜਾਂ ਬ੍ਰਾਹਮਣ, ਉਹਨਾਂ ਚਿਰ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ। ਚੌਂਕੇ ਦਾ ਅਧਿਕਾਰੀ ਹੋਣ ਦਾ ਭਾਵ ਹੈ ਵੀ ਚੌਂਕੇ 'ਚ ਰਸੋਈ 'ਚ ਨਹੀਂ ਵੜ ਸਕਦਾ। ਕੋਈ ਕੰਮ ਕਾਰ ਰਸੋਈ 'ਚ ਕਰਨਾ ਹੋਵੇ, ਰਸੋਈ 'ਚੋਂ ਕੁਛ ਲੈ ਕੇ ਇਹਨੇ ਛਕਣਾ ਖਾਣਾ ਹੋਵੇ, ਉਹ ਨਹੀਂ ਕਰ ਸਕਦਾ। ਐਸੀ ਇੱਕ ਪਰੰਪਰਾ ਸੀ ਉਦੋਂ ਦੇ ਲੋਕਾਂ ਦੇ ਵਿੱਚ। ਹੋ ਸਕਦਾ ਅੱਜ ਵੀ ਹੋਵੇ, ਪਰ ਇਹਦੇ ਬਾਰੇ ਤੇ ਮੈਨੂੰ ਨਹੀਂ ਪਤਾ ਵੀ ਅੱਜ ਵੀ ਹੈ ਇਹ ਪਰੰਪਰਾ ਕਿ ਨਹੀਂ। ਪਰ ਉਸ ਸਮੇਂ ਇਹ ਪਰੰਪਰਾ ਸੀ ਵੀ ਜਿੰਨਾ ਚਿਰ ਜਨੇਊ ਨਹੀਂ ਸੀ ਨਾ ਪਾ ਦਿੱਤਾ ਜਾਂਦਾ, ਜਿਵੇਂ ਸਾਡੇ ਵਿੱਚ ਵੀ ਇੱਕ ਪਰੰਪਰਾ ਹੈ, ਕਿਤੇ ਬੱਚਾ ਪੈਦਾ ਹੋ ਜਾਵੇ ਨਾ ਤੇ ਅਸੀਂ ਵੀ ਇਹ ਪਰੰਪਰਾ ਬਣਾਈ ਹੋਈ ਹੈ ਮਨਮਤ ਹੈ, ਗੁਰਮਤ ਨਹੀਂ। ਜੇ ਆਖੋ ਨਾ ਵੀ ਇਹਨੂੰ ਵੀ ਗੁਰਮਤ ਹੈ, ਇਹ ਗੁਰਮਤ ਨਹੀਂ ਹੋ। ਹਾਂ, ਅੰਮ੍ਰਿਤ ਸੰਸਕਾਰ ਜਿਹੜਾ ਉਹ ਜ਼ਰੂਰੀ ਹੈ, ਦੀਅਤ ਜ਼ਰੂਰੀ ਹੈ, ਪਰ ਇਹ ਸਮਝ ਲੈਣਾ ਵੀ ਜਿਹੜੀ ਬੱਚਾ ਪੈਦਾ ਕਰਨ ਵਾਲੀ ਲੇਡੀਜ਼ ਹੈ ਉਹ ਹੁਣ ਚੌਂਕੇ ਦੀ ਅਧਿਕਾਰੀ ਨਹੀਂ ਰਹਿ ਗਈ। ਇਹਨੂੰ ਹੁਣ ਚੌਂਕੇ 'ਚ ਉਹਨਾਂ ਦਿਨ ਵੜਨ ਹੀ ਨਹੀਂ ਦੇਣਾ। ਇਹ ਤੇ ਅਪਵਿੱਤਰ ਹੋ ਗਈ ਹੈ। ਕਿੱਡੀ ਮੂਰਖਤਾ ਹੈ। ਇਹ ਸਿਆਣਪ ਥੋੜ੍ਹਾ ਸਾਡੇ ਵਿੱਚ ਹੈ। ਅਸੀਂ ਚੱਲਦੇ ਪਏ ਹਾਂ ਇਸ ਮੁਤਾਬਕ। ਗੁਰਮਤਿ ਦੇ ਧਾਰਨੀ ਹੋਣ ਦੇ ਬਾਵਜੂਦ, ਗੁਰਬਾਣੀ ਪੜ੍ਹਨ ਵਾਲੇ ਹੋਣ ਦੇ ਬਾਵਜੂਦ, ਕਥਾ ਕੀਰਤਨ ਕਰਨ ਵਾਲੇ ਹੋਣ ਦੇ ਬਾਵਜੂਦ ਅਸੀਂ ਇਸ ਪਰੰਪਰਾ ਤੋਂ ਅੱਜ ਵੀ ਨਹੀਂ ਬਚ ਸਕਦੇ। ਅੱਜ ਵੀ ਉਸ ਬੱਚੀ ਨੂੰ, ਉਸ ਧੀ ਨੂੰ ਅਸੀਂ ਚੌਂਕੇ ਦੇ ਵਿੱਚ ਓਨੇ ਦਿਨ ਵੜਨ ਨਹੀਂ ਦਿੰਦੇ, ਹੱਥ ਨਹੀਂ ਲਾਉਣ ਦਿੰਦੇ ਕਿਸੇ ਚੀਜ਼ ਨੂੰ। ਨਾ ਬਈ ਤੂੰ ਨਹੀਂ ਕਿਸੇ ਚੀਜ਼ ਨੂੰ ਹੱਥ ਲਾਉਣਾ। ਕਿਉਂ? ਕਿੰਨੇ ਦਿਨ ਕਹਿੰਦੇ ਜਿੰਨਾ ਤੱਕ ਤੈਨੂੰ ਚੌਂਕੇ ਨਹੀਂ ਚੜਾਉਂਦੇ। ਵੀ ਉਹਦੇ ਨਾਲ ਫਰਕ ਕੀ ਪੈ ਜਾਂਦਾ ਫਿਰ? ਉਦੋਂ ਵੀ ਇੱਕ ਪਰੰਪਰਾ ਸੀ ਵੀ ਜਿੰਨਾ ਚਿਰ ਜਨੇਊ ਨਹੀਂ ਪਾਇਆ ਜਾਂਦਾ ਖੱਤਰੀ ਬ੍ਰਾਹਮਣ ਆਦਿਕ, ਉਹਨਾਂ ਚਿਰ ਚੌਂਕੇ ਦੇ ਅਧਿਕਾਰੀ ਨਹੀਂ ਹੋ। ਚੌਂਕੇ 'ਚ ਇਹਨਾਂ ਨੂੰ ਵੜਨ ਨਹੀਂ ਦਿੱਤਾ ਜਾਏਗਾ। ਵੀ ਜੇ ਪਾ ਲੋਗੇ ਫਿਰ ਪਵਿੱਤਰ ਹੋ ਜਾਵੋਗੇ। द्विज बाहज को इस बिन धर्म, रहत नहीं पूजो एहो मर्म। ਬ੍ਰਾਹਮਣ ਖੱਤਰੀ ਇਸ ਤੋਂ ਬਗੈਰ ਧਰਮਹੀਣ ਹੋ ਜਾਂਦੇ ਨੇ। ਤੁਸੀਂ ਇਸ ਭੇਦ ਨੂੰ ਸਮਝੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਵੱਲੋਂ ਪੰਡਤ ਹਰਦਿਆਲ ਨੇ ਸਮਝਾਉਣ ਦਾ ਯਤਨ ਕੀਤਾ। वेदन विद सो जब गर पाव है, द्विज बाहज निज धर्म है आव है। ਪੰਡਤ ਹਰਦਿਆਲ ਜੀ ਆਖਣ ਲੱਗੇ ਵੀ ਵੇਦਾਂ ਦੀ ਵਿਧੀ ਅਨੁਸਾਰ ਜੰਝੂ ਪਾ ਕੇ ਖੱਤਰੀ ਬ੍ਰਾਹਮਣ ਨਿੱਜੀ ਧਰਮ ਵਿੱਚ ਆਉਂਦੇ ਨੇ। ਬੜਾ ਜ਼ਰੂਰੀ ਹੈ ਇਹ, ਬਹੁਤ ਅਤਿਅਤ ਜ਼ਰੂਰੀ ਹੈ ਪਹਿਨਣਾ। सुन प्रोता के बचन कृपाला, कमल बदन कह गिरा रसाला। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਦਾਤੇ ਸੁਣ ਕੇ ਪੰਡਤ ਹਰਦਿਆਲ ਜੀ ਦੇ ਬਚਨ ਆਪਣੇ ਕਮਲ ਦੇ ਸਰੀਰ ਵਾਲੇ ਪਾਵਨ ਮੁਖ ਤੋਂ ਮਿੱਠੇ ਜਿਹੇ ਰਸੀਲੇ ਦੇ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਕਹਿਣਾ ਕਹੇ। द्विज बाहज को धर्म जो आही,
घर में पाए सूत रहाही। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਾਹਮਣ ਖੱਤਰੀ ਦਾ ਧਰਮ ਹੈ, ਇਸ ਕਰਕੇ ਉਹ ਆਪਣੇ ਗਲ ਵਿੱਚ ਸੂਤ ਪਾ ਕੇ ਰੱਖਦੇ ਨੇ। ਤੁਹਾਡੇ ਕਹਿਣ ਦਾ ਇਹੋ ਮਤਲਬ ਹੈ ਨਾ ਵੀ ਉਹਨਾਂ ਦੀ ਧਾਰਮਿਕ ਚਿੰਨ੍ਹ ਹੈ, ਧਾਰਮਿਕ ਨਿਸ਼ਾਨੀ ਹੈ, ਤੇ ਇਹਦੇ ਨਾਲ ਉਹ ਧਾਰਮਿਕ ਬਣ ਜਾਂਦੇ ਨੇ, ਧਰਮੀ ਹੋ ਜਾਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ, ਕਿਦੋਂ ਸੁਕਰਮ ਕਰੇ ਤੇ ਰਹੀ, ਦਇਆ ਆਤ ਜੇ ਸੁਭ ਨਿਰਭਈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਹ ਸ਼ੁਭ ਕਰਮ, ਚੰਗੇ ਕਰਮ ਵੀ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਦਇਆ ਆਦਿਕ ਕਰਨਾ ਕਰਦੇ ਨੇ, ਦਇਆ ਆਦਿ ਕਰਕੇ ਸ਼ੁਭ ਨਿਰਵਾਹ, ਚੰਗਾ ਨਿਰਵਾਹ ਕਰਦੇ ਨੇ। ਫਿਰ ਤੇ ਸੂਤ ਪਾਉਣਾ ਉਚਿਤ ਹੈ, ਠੀਕ ਹੈ। ਜੇ ਇਹ ਪਾਉਣ ਦੇ ਨਾਲ ਉਹਨਾਂ ਵਿੱਚ ਗੁਣ ਵੀ ਆ ਜਾਂਦੇ ਨੇ, ਉਹਨਾਂ ਦਾ ਜੀਵਨ ਵੀ ਤਬਦੀਲ ਹੋ ਜਾਂਦਾ, ਉਹਨਾਂ ਦਾ ਸੁਭਾਅ ਵੀ ਤਬਦੀਲ ਹੋ ਜਾਂਦਾ, ਫਿਰ ਤੇ ਠੀਕ ਹੈ, ਪਾਉਣਾ ਚਾਹੀਦਾ ਹੈ। ਪਰ ਜੇ ਨਹੀਂ ਹੁੰਦਾ, ਪਾਏ ਸੂਤ ਗਰ ਕਰਤ ਕੁਕਰਮ, ਧਨ ਹਿਤ ਹਿੰਸਾ ਦਰੋਹ ਅਧਰਮ। ਜਿਹਦੇ ਗਲ ਵਿੱਚ ਸੂਤ ਪਾ ਕੇ ਭੈੜੇ ਕੰਮ ਕਰਨੇ ਨੇ, ਧਰਮਿਕ ਨਿਸ਼ਾਨੀਆਂ ਪਾ ਕੇ ਭੈੜੇ ਕੰਮ ਕਰਨੇ ਨੇ, ਖਿਮਾ ਕਰਨਾ, ਆਪਾਂ ਉਧਰ ਦੀ ਗੱਲ ਹੀ ਨਾ ਕਰੀ ਜਾਈਏ, ਆਪਣੀ ਵੀ ਕਰੀਏ। ਗਾਤਰੇ ਪਾ ਕੇ ਮਾੜੇ ਕੰਮ ਕਰੀ ਜਾਣੇ ਨੇ, ਫਿਰ ਕੀ ਫਾਇਦਾ। ਪਾਇਆ ਹੋਇਆ ਗਾਤਰਾ, ਪਾਇਆ ਹੋਇਆ ਗੁਰੂ ਕਾ ਬਾਣਾ ਹੈ, ਤੇ ਕਰਨੇ ਗਲਤ ਕੰਮ, ਕੁਕਰਮ ਕਰਨੇ, ਮਾੜੇ ਕਰਮ ਕਰਨੇ, ਇਹ ਕਿੱਧਰ ਦੀ ਦਿਨਤਾਈ ਹੈ, ਇਹ ਕਿੱਧਰ ਦੀ ਚੰਗੀ ਗੱਲ ਹੈ ਧਾਰਮਿਕ ਨਿਸ਼ਾਨੀ ਬਣਿਆ ਧਰਮਿਕ ਹੈ, ਵੇਖਣ ਨੂੰ ਧਰਮਿਕ ਲੱਗਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਜੇ ਸੂਤ ਪਾ ਕੇ ਕੁਕਰਮ ਹੀ ਕਰਨੇ ਨੇ, ਭੈੜੇ ਕੰਮ ਹੀ ਕਰਨੇ ਨੇ, ਧਨ ਵਾਸਤੇ ਹਿੰਸਾ ਕਰਨੀ, ਝਗੜੇ ਕਰਨੇ, ਧਰੋਹ ਕਰਨਾ, ਦੂਸਰੇ ਦਾ ਹੱਕ ਆਦਿਕ ਮਾਰਨਾ, ਜਿਹੜਾ ਹੈ ਇਹ ਅਧਰਮ ਹੈ। ਅੰਤ ਪ੍ਰਯੰਤ ਦੁਸ਼ਟਤਾ ਧਾਰੇ, ਝੂਠ ਬਿਸਨਤਾ ਚਿਤ ਹਿਤਕਾਰੇ। ਅੰਤ ਤੱਕ ਦੁਸ਼ਟਤਾ ਹੀ ਧਾਰਨ ਕਰਦਾ ਰਹੇ, ਝੂਠ ਬੋਲੇ, ਚੁਗਲੀ ਕਰੇ, ਨਿੰਦਿਆ ਕਰੇ, ਈਰਖਾ ਦੇ ਵਿੱਚ ਖੱਚਤ ਰਵੇ, ਕੀ ਪੈਦਾ ਹੋਇਆ। ਪਾਇਆ ਹੋਵੇ ਬਾਣਾ ਮੇਰੇ ਵਰਗੇ ਨੇ, ਉੱਪਰ ਦੀ ਗਾਤਰਾ ਵੀ ਪਾਇਆ ਹੋਵੇ, ਪਹਿਰਾਵਾ ਵੀ ਚੰਗਾ ਚੋਲਾ ਵੱਡਾ ਸਾਰਾ ਪਾਇਆ ਹੋਵੇ, ਚੁਗਲੀ ਕਰਨੋਂ ਹਟਦਾ ਨਾ ਹੋਵੇ, ਨਿੰਦਿਆ ਕਰਨੋਂ ਹਟਦਾ ਨਾ ਹੋਵੇ, ਈਰਖਾ ਛੱਡਦਾ ਨਾ ਹੋਵੇ, ਫਿਰ ਇਹਦੇ ਨਾਲੋਂ ਤਾਂ ਮੈਨੂੰ ਖਿਮਾ ਕਰਨਾ, ਕਹਿਣ ਦੇਣਾ ਨਾ ਪਾਵੇ ਤੇ ਚੰਗਾ ਹੈ। ਤੇ ਸੂਤ ਪਾਏ ਕਰੇ ਭਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਜੇ ਪਾ ਕੇ ਬੁਰੇ ਕਰਮ ਹੀ ਕਰਨੇ ਨੇ ਤੇ ਫਿਰ ਉਹਦਾ ਪਹਿਨਣ ਦਾ ਕੀ ਫਾਇਦਾ ਹੈ। ਫਿਰ ਤੇ ਲਾਭ ਕੋਈ ਨਹੀਂ ਪਾਉਣ ਦਾ। ਲਾਭ ਤਾਂ ਹੈ ਜੇ ਉਹਨੂੰ ਪਾ ਕੇ ਉਸ ਮੁਤਾਬਕ ਚੱਲਣਾ ਵੀ ਕਰੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਫਿਰ ਅੰਤ ਤੱਕ ਦੁਸ਼ਟਤਾ ਹੀ, ਵਿਕਾਰ ਹੀ ਧਾਰਨ ਕਰਦੇ ਰਹਿਣਾ ਹੈ, ਔਰ ਝੂਠ, ਈਰਖਾ, ਨਿੰਦਿਆ, ਚੁਗਲੀ ਦੇ ਵਿੱਚ ਖੱਚਤ ਹੋਏ ਰਹਿਣਾ, ਤੇ ਫਿਰ ਇਹਦੇ ਨਾਲੋਂ ਤੇ ਨਾ ਪਾਉਣਾ ਚੰਗਾ ਹੈ। ਜੋ ਖਤਰੀ ਦਵਿਜ ਕਿਦੋ ਚੰਡਾਲਾ, ਸਹਜਾਇ ਜਮ ਦੰਡ ਵਿਸਾਲਾ। ਹੁਣ ਹੋਵੇ ਖੱਤਰੀ ਬ੍ਰਾਹਮਣ ਤੇ ਕੰਮ ਕਰੇ ਚੰਡਾਲਾਂ ਵਾਲੇ, ਫਿਰ ਕੀ ਹੋਏਗਾ। ਸਤਿਗੁਰੂ ਕਹਿੰਦੇ ਉਹਨਾਂ ਨੂੰ ਜੰਮਾਂ ਦਾ ਦੰਡ ਸਹਿਣਾ ਪਵੇਗਾ। ਕੌਣ ਜਨੇਊ ਤਹਿ ਫਲ ਦੀਨਾ, ਪਾਇਓ ਨਰਕ ਇਹਾਂ ਅਗ ਕੀਨਾ। ਕੀ ਜਨੇਊ ਕੋ ਫਲ ਦੇਗਾ। ਫਿਰ ਸਤਿਗੁਰੂ ਕਹਿੰਦੇ ਜਿਹੜੇ ਕਰਮ ਕਿ ਜਿਸ ਤਰ੍ਹਾਂ ਦੇ ਮਨੁੱਖ ਕਰੇਗਾ ਨਾ, ਉਸ ਤਰ੍ਹਾਂ ਦਾ ਫਲ ਪ੍ਰਾਪਤ ਹੋਵੇਗਾ। ਕਰਮ ਚੰਗੇ ਨਹੀਂ, ਕੰਮ ਚੰਗੇ ਨਹੀਂ, ਉਹ ਫਿਰ ਨਰਕਾਂ ਦੀ ਪ੍ਰਾਪਤੀ ਹੋਵੇਗੀ। ਸੁਨ ਕਰ ਬਚ ਦਿਜ ਪਰ ਜੇ ਵੈਸੇ, ਭਏ ਮਸਟ ਕੁਛ ਆਵ ਨਾ ਜੈਸੇ। ਹੁਣ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨ ਸੁਣੇ, ਜਿਹੜੇ ਹੋਰ ਪੰਡਤ ਤੱਕ ਬੈਠੇ ਹੋਏ ਸਨ, ਵਿਦਵਾਨ ਬੈਠੇ ਹੋਏ ਸਨ, ਕਿਸੇ ਕੋਲ ਕੋਈ ਜਵਾਬ ਨਹੀਂ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਦਾ ਕੋਈ ਜਵਾਬ ਦੇਈਏ, ਕਿਉਂਕਿ ਸਤਿਗੁਰੂ ਜੀ ਜੋ ਕਹਿ ਰਹੇ ਨੇ ਨਾ ਉਹ ਸੱਚਾਈ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਸਾਰੇ ਐ ਚੁੱਪ ਹੋ ਗਏ ਵੀ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਉਹਨਾਂ ਦੇ ਹਿਰਦੇ ਦੇ ਅੰਦਰ ਚਲੇ ਗਏ, ਤੇ ਉਹਨਾਂ ਨੂੰ ਕੁਛ ਆਉਂਦਾ ਨਹੀਂ ਹੈ। ਵਿਦਵਾਨ ਬੜੇ ਬੜੇ ਹੈ, ਵੇਦਾਂ ਸ਼ਾਸਤਰਾਂ ਦੇ ਗਿਆਤਾ, ਪਰ ਇੰਨੇ ਗਿਆਨੀ ਹੋਣ ਦੇ ਬਾਵਜੂਦ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਐ ਚੁੱਪ ਕਰ ਗਏ। ਭਾਈ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਬਿਲਕੁਲ ਅਣਜਾਣ ਹੋਣ। ਸਨਮੁਖ ਉੱਤਰ ਦੇਤ ਨਾ ਕੋ, ਕਹਿਤ ਸਤ ਸਮਝਤ ਚਿਤ ਸੋ। ਔਰ ਸਾਹਮਣੇ ਕੋ ਉੱਤਰ ਨਹੀਂ ਦੇ ਰਿਹਾ। ਕਿਉਂ ਨਹੀਂ ਦੇ ਰਿਹਾ। ਮਨ ਵਿੱਚ ਸਮਝ ਗਏ, ਹਿਰਦੇ ਅੰਦਰ ਸਮਝ ਗਏ।
ਸੱਚ ਨੂੰ ਚੈਲੰਜ ਕਰਨਾ ਬੜਾ ਔਖਾ ਹੈ, ਬੜਾ ਕਠਿਨ ਹੈ ਕਿ ਕੋਈ ਸੱਚ ਨੂੰ ਚੈਲੰਜ ਕਰ ਜਾਵੇ, ਸੱਚ ਨੂੰ ਵੰਗਾਰ ਜਾਵੇ। ਸੱਚ ਨੂੰ ਵੰਗਾਰਨਾ ਕੌਣ ਵੰਗਾਰੇ? ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਸੱਚ ਕਹਿ ਰਹੇ ਸੀ ਤੇ ਉਹਨਾਂ ਦੇ ਪੱਲੇ ਝੂਠ ਹੈ। ਕਿਵੇਂ ਵੰਗਾਰ ਜਾਂਦਾ? ਝੂਠ ਸੱਚ ਨੂੰ ਵੰਗਾਰ ਜਾਏਗਾ ਭਲਾ? ਜੇ ਕਿਤੇ ਵੰਗਾਰ ਵੀ ਲਵੇ ਝੂਠ ਸੱਚ ਨੂੰ, ਫਿਰ ਵੀ ਝੂਠ ਨੂੰ ਮੁੱਕਣਾ ਹੀ ਪੈਂਦਾ, ਖਤਮ ਹੀ ਹੋਣਾ ਪੈਂਦਾ। ਕਿੰਨਾ ਕੁ ਚਿਰ ਵੰਗਾਰਦਾ ਰਹੇਗਾ? ਝੂਠ ਸੱਚ ਨੂੰ ਵੰਗਾਰ ਨਹੀਂ ਸਕਦਾ। ਇਸ ਕਰਕੇ ਉਹਨਾਂ ਨੇ ਚੁੱਪ ਰਹਿਣਾ ਠੀਕ ਸਮਝਿਆ, ਆਪਣੇ ਆਪ ਨੂੰ ਝੂਠੇ ਜਾਣ ਕੇ। ਤਦਪ ਸੁਨਨ ਕੀ ਬਚ ਅਭਿਲਾਖਾ, ਪ੍ਰੋਹਤ ਹਰਦਿਆਲ ਇਵ ਭਾਖਾ। ਫਿਰ ਵੀ ਪੰਡਿਤ ਹਰਦਿਆਲ ਜੀ ਦੇ ਹਿਰਦੇ ਦੇ ਅੰਦਰ ਗੁਰੂ ਦੇ ਬਚਨ ਸੁਣਨ ਦੀ ਇੱਛਾ ਹੈ ਵੀ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਾ। ਇਸ ਕਰਕੇ ਬਚਨ ਸੁਣਨ ਦੀ ਇੱਛਾ ਰੱਖਦਿਆਂ ਹੋਇਆ ਉਸਨੇ ਆਪਣੀ ਅੰਦਰ ਦੀ ਅਭਿਲਾਸ਼ਾ ਜਿਹੜੀ ਉਹ ਪ੍ਰਗਟ ਕਰਦੇ ਹੋਏ ਪਿਆਰ ਸਤਿਕਾਰ ਸਤ ਬੇਨਤੀ ਕੀਤੀ। ਕੌਣ ਜਨੂ ਤੇ ਜਾਏ ਨਰਕਾ, ਜਾਂ ਤੇ ਜਮਨ ਹੈ ਕਰਹਿ ਕੁਤਰਕਾ। ਕੀ ਸਵਾਲ ਕੀਤਾ, ਬੇਨਤੀ ਕੀ ਕੀਤੀ? ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਕੋਈ ਜੰਝੂ ਐਸਾ ਹੈ ਜਿਹੜਾ ਜੰਝੂ ਪਹਿਨ ਕੇ ਮਨੁੱਖ ਨਰਕ ਨਾ ਜਾਵੇ? ਹੈ ਕੋਈ ਐਸਾ? ਤੁਸੀਂ ਕਹਿੰਦੇ ਹੋ ਵੀ ਇਹ ਜੰਝੂ ਪਾ ਕੇ ਕੁਕਰਮ ਕਰਨੇ, ਭੈੜੇ ਕਰਮ ਕਰਨੇ, ਨਰਕਾਂ ਦਾ ਭਾਗੀ ਹੋਣਾ ਹੈ। ਵੀ ਮੈਨੂੰ ਇਹ ਦੱਸੋ ਵੀ ਕੋਈ ਜੰਝੂ ਐਸਾ ਹੈ ਜਿਹਦੇ ਕਰਕੇ ਉਹ ਪਹਿਨ ਲਈਏ ਤੇ ਨਰਕ ਦਾ ਵਾਸਾ ਨਾ ਪ੍ਰਾਪਤ ਹੋਵੇ। ਸੋ ਨਿਜ ਰਸਨਾ ਦੇਹੁ ਸੁਨਾਈ, ਸੁਨਨ ਚਾਹਤ ਸਭ ਉਰ ਹਰਿ ਖਾਈ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਪਾਵਨ ਰਸਨਾ ਤੋਂ ਜੰਝੂ ਦੱਸ ਦਿਓ। ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਚਾਹ ਇੱਛਾ ਹੈ ਕਿ ਤੁਸੀਂ ਉਹਦਾ ਜੰਝੂ ਦਰਸ਼ਨਾ ਕਰੋ, ਜੇ ਜੰਝੂ ਪਹਿਨ ਕੇ ਨਰਕ ਦਾ ਵਾਸਾ ਨਾ ਪ੍ਰਾਪਤ ਹੋਵੇ। ਕਮਲ ਬਦਨ ਪੁਨ ਬਚਨ ਬਖਾਨੇ, ਜਿਸ ਜਨੂ ਤੇ ਜਨ ਸਨਮਾਨੇ। ਕਮਲ ਮੁਖ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਚਨ ਕਹੇ ਵੀ ਇਹ ਜੰਝੂ ਹੈ ਜਿਹੜਾ ਜੰਝੂ ਪਹਿਨ ਕੇ ਸਨਮਾਨ ਮਿਲੇਗਾ ਜਗਤ ਦੇ ਅੰਦਰ ਵੀ ਤੇ ਉਸ ਦਰਗਾਹ ਦੇ ਅੰਦਰ ਵੀ। ਸ੍ਰੀ ਮੁਖਵਾਕ ਸ਼ਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਾਂ ਭਾਈ ਹੈ, ਦਇਆ ਨੂੰ ਕਪਾਹ ਬਣਾ ਲਓ, ਕਿਉਂਕਿ ਉਹ ਜਿਹੜਾ ਜਨੇਊ ਬਣਿਆ ਉਹ ਸੂਤਰ ਤੋਂ ਬਣਿਆ, ਸੂਤਰ ਕਪਾਹ ਤੋਂ ਬਣੀ। ਕਪਾਹ ਕਿਹੜਾ ਹੋਵੇ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਦਇਆ ਦਾ ਕਪਾਹ ਹੋਵੇ, ਸੰਤੋਖ ਸੂਤਰ ਹੋਵੇ, ਜਤ ਦੀਆਂ ਗੰਢਾਂ ਹੋਣ, ਸੱਤ ਦੇ ਉਹਨੂੰ ਵੱਟ ਚੜਾਏ ਹੋਣ। ਇਹੋ ਜਨੇਊ ਜੀ ਕਾ ਹਿਤਾ ਪਾਂਡੇ ਘਤ। ਇਹ ਜਿੰਦ ਦਾ ਜਨੇਊ ਹੈ, ਜਿਹੜਾ ਜਨੇਊ ਤੁਹਾਡੇ ਕੋਲ ਹੈ ਸਰੀਰ ਦਾ। ਇਹ ਜਿਹੜਾ ਜਨੇਊ ਦੀ ਅਸੀਂ ਗੱਲ ਕੀਤੀ ਹੈ ਜਿੰਦ ਦਾ। ਪਾਂਡੇ ਪੰਡਿਤ ਜੀ ਜੇ ਤੁਹਾਡੇ ਕੋਲ ਹੈ ਤੇ ਘੱਤ ਮੈਨੂੰ ਪਵਾ ਦੇ। ਜੇ ਤੇਰੇ ਕੋਲ ਹੈ ਨਾ ਇਹ ਜਨੇਊ ਜਿਹਦੇ 'ਚ ਦਇਆ ਦਾ ਕਪਾਹ, ਸੰਤੋਖ ਦਾ ਸੂਤਰ, ਜਤ ਦੀਆਂ ਗੰਢਾਂ, ਸੱਤ ਦੀਆਂ ਵੱਟਾਂ ਹੋਣ, ਉਹ ਮੈਨੂੰ ਪਨਾਉਣਾ ਕਰ ਦੇ। ਨਾ ਇਹੋ ਟੁੱਟੈ ਨਾ ਮਨ ਲੱਗੈ, ਨਾ ਇਹੋ ਜਲੈ ਨ ਜਾਇ। ਨਾ ਇਹੋ ਟੁੱਟੈ ਨਾ ਮਨ ਲੱਗੈ, ਇਹ ਟੁੱਟਦਾ ਵੀ ਨਹੀਂ, ਇਹਨੂੰ ਮੈਲ ਵੀ ਨਹੀਂ ਲੱਗਦੀ, ਇਹ ਸੜਦਾ ਵੀ ਨਹੀਂ, ਕਿਤੇ ਜਾਂਦਾ ਵੀ ਗਵਾਚਦਾ ਵੀ ਨਹੀਂ। ਇਹ ਬਾਹਰੀ ਚਿੰਨ੍ਹ ਜਿਹੜੇ ਗਵਾਚ ਜਾਂਦੇ ਨਾ ਕਈ ਵਾਰੀ, ਅੰਦਰੀ ਚਿੰਨ੍ਹ ਦਇਆ ਗਵਾਚਦੀ ਨਹੀਂ ਹੋ, ਧਰਮ ਗਵਾਚਦਾ ਨਹੀਂ ਹੋ। ਚਿੰਨ੍ਹ ਗਵਾਚ ਜਾਂਦੇ ਨੇ, ਧਰਮ ਦੇ ਚਿੰਨ੍ਹ ਜ਼ਰੂਰ ਗਵਾਚ ਜਾਂਦੇ ਨੇ ਪਰ ਧਰਮ ਨਹੀਂ ਗਵਾਚਦਾ ਜੇ ਚਿੰਨ੍ਹ ਅੰਦਰ ਹੋਣ, ਹਿਰਦੇ ਨੂੰ ਪਹਿਨਾਏ ਹੋਣ ਤਾਂ। ਸਤਿਗੁਰੂ ਕਹਿੰਦੇ ਭਾਈ ਇਹ ਟੁੱਟਣ ਵਾਲਾ ਨਹੀਂ ਹੋ, ਇਹਨੂੰ ਮੈਲ ਵੀ ਨਹੀਂ ਲੱਗਦੀ, ਇਹ ਸੜਦਾ ਵੀ ਨਹੀਂ ਹੈ। ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੇ ਪਾ। ਉਹ ਮਨੁੱਖ ਧਨਤਾ ਦੇ ਯੋਗ ਨੇ ਜਿਹੜੇ ਇਹ ਜਨੇਊ ਪਾਉਂਦੇ ਨੇ, ਜਿਨ੍ਹਾਂ ਕੋਲ ਦਇਆ ਵੀ ਹੈ, ਜਿਨ੍ਹਾਂ ਕੋਲ ਸੰਤੋਖ ਵੀ ਹੈ, ਜਿਨ੍ਹਾਂ ਕੋਲ ਜਤ ਵੀ ਹੈ, ਜਿਨ੍ਹਾਂ ਕੋਲ ਸਤ ਵੀ ਹੈ, ਉਹ ਆਨੰਦਮਈ ਜੀਵਨ ਜੀ ਰਹੇ ਹਨ। ਚਾਉ ਪਈ ਸਵਾਛ ਸਥਿਰ ਇਹੋ ਲਖੋ ਜਨੇਊ। ਸਤਿਗੁਰੂ ਕਹਿੰਦੇ ਇਸ ਜਨੇਊ ਨੂੰ ਸਦਾ ਵਾਸਤੇ ਪਵਿੱਤਰ ਜਾਣੋ। ਘਰ ਮਹਿ ਪਹਿਰੈ ਵਿਰਲੇ ਕੇਊ। ਕੋਈ ਵਿਰਲੇ ਵਿਰਲੇ ਇਸ ਨੂੰ ਪਹਿਨਣਾ ਕਰਦੇ ਹਨ। ਜੇ ਨਰ ਗਰਮ ਹੈ ਧਾਰਨ ਕੀਨਾ। ਜਿਹੜੇ ਇਹਨੂੰ ਧਾਰਨ ਕਰ ਲੈਣ।
ਧਨ ਸੇ ਨਰ ਕੀਨੇ ਦੁਖ ਛੀਨਾ। ਉਹ ਦੁੱਖ ਮਨੁੱਖਾਂ ਦਾ ਦੁੱਖ ਜਿਹੜਾ ਉਹ ਖਤਮ ਹੋ ਜਾਂਦਾ ਔਰ ਮਨੁੱਖ ਧਨਤਾ ਦੇ ਯੋਗ ਹਨ। ਲੋਕ ਬਹੁਰ ਪਰ ਲੋਕ ਅਸੋਕੂ। ਉਹ ਲੋਕ ਪ੍ਰਲੋਕ ਆਨੰਦਿਤ ਹੋ ਜਾਂਦਾ ਹੈ। ਸਨਮਾਨ ਹੈ ਸਭ ਅੰਤਕ ਓਕੂ। ਉਹਨਾਂ ਦਾ ਸਨਮਾਨ ਹੁੰਦਾ ਹੈ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਆਸ ਵੇਦ ਕੋਜੇ ਹੈ ਤੁਮ ਪਸੂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸਾ ਜਨੇਊ ਜੇ ਹੈ ਤੁਮ ਪਾਸੂ, ਜੇ ਤੇਰੇ ਕੋਲ ਹੈ ਭਾਈ। ਗੁਰ ਮੁਝ ਪਾਵੋ ਦੋ ਕ੍ਰਿਤ ਨਾਸੂ। ਘਰ ਮੁਝ ਪਾਵੋ, ਮੇਰੇ ਘਰ ਦੇ ਵਿੱਚ ਪੈਣਾ ਆਉਣਾ ਕਰ ਦਿਓ ਜੇ ਪੰਡਤ ਜੀ ਤੁਹਾਡੇ ਕੋਲ ਐਸਾ ਜਨੇਊ ਹੈ। ਕਰਤ ਸੂਤ ਕੋ ਗ੍ਰਥਨ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਤੇ ਸੂਤਰ ਕੱਟ ਲਿਆ ਤੇ ਉਹਨੂੰ ਗੰਢਾਂ ਮਾਰ ਲੀਆਂ। ਜਲ ਜਾਵੇ ਇਹ ਸੰਗ ਨਾ ਜਾਈ। ਇਹ ਤੇ ਸੜ ਜਾਂਦਾ ਇੱਥੇ। ਇਹ ਕਿਹੜਾ ਸਰੀਰ ਦੇ ਨਾਲ ਜਾਣਾ ਕਿ ਜਾਣਾ ਸਰੀਰ ਦੇ ਨਾਲ? ਇਹ ਤੇ ਇੱਥੇ ਹੀ ਸੜ ਜਾਣਾ। ਜਦੋਂ ਸਰੀਰ ਸਾੜਦਾ ਹੈ ਉਦੋਂ ਇਸ ਨੇ ਵੀ ਇੱਥੇ ਹੀ ਸੜ ਜਾਣਾ ਹੈ। ਜਾਨੋ ਕੱਚਾ ਕਾਜ ਸੰਸਾਰੂ। ਔਰ ਸੰਸਾਰ ਨੂੰ ਕੱਚਾ ਕਾਰਜ ਹੀ ਜਾਣਨਾ ਕਰੋ, ਸਮਝਣਾ ਕਰੋ। ਲੋਕ ਦਿਖਾਵਾ ਕਰਤ ਗਵਾਰੂ। ਗਵਾਰ ਲੋਕ ਜਿਹੜੇ ਨੇ ਦਿਖਾਵਾ ਕਰਦੇ ਰਹਿੰਦੇ ਹਨ। ਸੁਨ ਕਰ ਬਚ ਹਰਦਿਆਲ ਰਸਾਲਾ। ਔਰ ਪੰਡਤ ਹਰਦਿਆਲ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਮੁਲ ਕਾਵਲ ਤਨ ਹਰਖ ਵਿਸਾਲਾ। ਬੜਾ ਆਨੰਦਿਤ ਹੋਇਆ, ਅੰਦਰੋਂ ਹਿਰਦਾ ਖਿੜ ਗਿਆ ਇਹਦਾ। ਜਿਹਦੀ ਬੜੇ ਚਿਰ ਤੋਂ ਇੱਛਾ ਸੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣਨ ਦੀ, ਅੱਜ ਜਦੋਂ ਸੁਣੇ ਤੇ ਭਾਈ ਸਾਹਿਬ ਜੀ ਕਹਿੰਦੇ ਅੰਦਰੋਂ ਰੋਮ ਰੋਮ ਖਿੜ ਗਿਆ ਇਹਦਾ, ਹਿਰਦੇ ਵਿੱਚ ਆਨੰਦ ਹੋ ਗਿਆ ਤੇ ਆਨੰਦ ਹੋ ਕੇ ਇਸ ਤਰ੍ਹਾਂ ਬੇਨਤੀ ਕਰਨ ਲੱਗਾ। ਮੈਂ ਪੂਰਬ ਜੋ ਗਿਰਾ ਉਵਾਚੀ। ਮਨ ਦੇ ਵਿੱਚ ਵਿਚਾਰਦਾ ਵੀ ਜੋ ਪੂਰਬ ਭਾਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਨਮ ਸਮੇਂ ਬਚਨ ਕੀਤੇ ਸਨ। ਬਿਨ ਸੰਸੈ ਸੋ ਵੀ ਸੱਚ ਸਾਚੀ। ਸੰਸਾਰ ਤੋਂ ਬਗੈਰ ਸਾਰੇ ਬਚਨ ਸੱਚੇ ਹਨ। ਲੱਖ ਮੈਂ ਵਿਰਲੇ ਬਹੁ ਅਨਜਾਨਾ। ਹੈ ਵਿਰਲੇ ਨੇ ਜਿਹੜੇ ਗੁਰੂ ਦੇ ਬਚਨਾਂ ਨੂੰ ਸਮਝ ਸਕਦੇ ਨੇ, ਵਿਰਲੇ ਨੇ, ਬਾਕੀ ਬਹੁਤੇ ਅਣਜਾਣ ਹਨ। ਜੇ ਬਚ ਸੁਨ ਮਮ ਮਨ ਠਹਿਰਾਨਾ। ਆਪਣੇ ਮਨ ਨੂੰ ਠਹਿਰਾਇਆ, ਰੋਕਿਆ ਮਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਹੋਰ ਸੁਣਨਾ ਕਰ। ਹਉ ਸੋ ਕਰਤਾਰਥ ਬੰਸ ਸਮੇਤਾ। ਮੈਂ ਤੇ ਕਰਤਾਰਥ ਹੋ ਜਾਵਾਂ ਕੁੱਲਾ ਸਮੇਤ। ਪਾਇ ਜਮਾਨ ਬ੍ਰਹਮੰਡ ਨੇ ਕੀਤਾ। ਹੁਣ ਬ੍ਰਹਮੰਡ ਦੇ ਮਾਲਕ ਮੇਰੇ ਜਜਮਾਨ ਹੋ ਗਏ। ਕਰਤਾ ਤੂੰ ਮੇਰਾ ਜਜਮਾਨ। ਜੇ ਕਰਤਾ ਮਾਲਕ ਹੀ ਜਜਮਾਨ ਬਣ ਗਿਆ। ਪੰਡਤ ਹਰਦਿਆਲ ਕਹਿੰਦੇ ਕਰਤਾ ਜਿਹੜਾ ਦੀਨ ਦੁਨੀ ਦਾ ਮਾਲਕ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹ ਅੱਜ ਮੇਰਾ ਜਜਮਾਨ ਬਣਿਆ ਬੈਠਾ, ਮੇਰੇ ਸਾਨਮੁਖ ਬੈਠਾ ਤੇ ਮੈਂ ਕੁਛ ਮੰਗ ਲਵਾਂ। ਦੀਨ ਦੁਨੀ ਦਾ ਮਾਲਕ ਮੇਰੇ ਸਾਨਮੁਖ ਬੈਠਾ, ਮੈਂ ਮੰਗ ਲਵਾਂ। ਕੀ ਮੰਗਾ? ਗਿਆਨ, ਸਮਝ, ਸੂਝ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪ੍ਰਾਪਤ ਕਰਾਂ। ਆਨੰਦ ਮਗਨ ਮੁਖ ਬੋਲ ਨ ਆਵਾ। ਔਰ ਬੜਾ ਆਨੰਦਿਤ ਹੋਇਆ, ਇੰਨਾ ਕੁ ਆਨੰਦਿਤ ਹੋ ਗਿਆ ਵੀ ਰਸਨਾ ਤੇ ਸ਼ਬਦ ਨਹੀਂ ਆਉਂਦਾ ਪਿਆ। ਬੋਲਾਂ ਤੇ ਕੀ ਬੋਲਾਂ, ਆਖਾਂ ਤੇ ਕੀ ਆਖਾਂ, ਬੇਨਤੀ ਕਰਾਂ ਤੇ ਕੀ ਕਰਾਂ। ਇੰਨਾ ਕੰਦ ਹਿਰਦੇ ਤੋਂ ਆਨੰਦ ਦੇ ਨਾਲ ਭਰ ਗਿਆ। ਭਾਈ ਸਾਹਿਬ ਜੀ ਬਚਨ ਵਰਤਦੇ ਪਏ ਨੇ, ਕਹਿੰਦੇ ਆਨੰਦ ਮੰਗਲ ਮੁਖ ਬੋਲ ਨਾ ਆਵਾ, ਸੁਣਤ ਬਚਨ ਰੁਚ ਉਪਜਾਵਾ। ਗੁਰੂ ਦੇ ਬਚਨ ਸੁਣਨ ਦੀ ਰੁਚੀ ਹਿਰਦੇ ਦੇ ਅੰਦਰ ਪੈਦਾ ਹੋ ਗਈ। ਸੁਨਤ ਬਚਨ ਮਨ ਰੁਚ ਉਪਜਾਵਾ। ਬਚਨ ਸੁਣਨ ਦੀ ਰੁਚੀ ਪੈਦਾ ਹੋਈ ਹਿਰਦੇ ਅੰਦਰ। ਅਨਤ ਜੈਤ ਵਿੱਚ ਬੈਸੇ ਸੁਭ ਨੀਤੀ। ਔਰ ਜਿਹੜੇ ਬਾਕੀ ਸੀ ਸਾਰੇ ਹੋਰ ਵੀ ਬੈਠੇ ਸਨ ਪੰਡਤ, ਉਹ ਗੁਰੂ ਦੇ ਬਚਨ ਸੁਣਨ ਦੀ ਹਿਰਦੇ ਅੰਦਰ ਨੀਤੀ ਪੈਦਾ ਕੀਤੀ। ਸੋ ਬੋਲੇ ਲਖ ਪਾਛਲ ਰੀਤੀ। ਉਹ ਬੋਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਨਮੁਖ ਬੇਨਤੀ ਕੀਤੀ। ਉਹ ਪਿਛਲੀ ਵਿਚਾਰਧਾਰਾ ਨੂੰ, ਵੇਦਾਂ ਦੀ ਸ਼ਾਸਤਰਾਂ ਦੀ ਵਿਚਾਰਧਾਰਾ ਨੂੰ ਲੈ ਕੇ ਓ ਬਾਲਕ ਇਹੋ ਜਗ ਉਪਵੀਤਾ। ਆਖਣ ਲੱਗੇ ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਬਾਲਕ ਜੀ ਇਹ ਜਗਤ ਦੀ ਰੀਤ ਹੈ ਭਾਈ, ਇਹ ਜਿਹੜਾ ਜਨੇਊ ਪਾਉਣਾ। ਵੇਦ ਪੰਥ ਮਹਿ ਗਿਨਿਓ ਪੁਨੀਤਾ। ਵੇਦਾਂ ਪੰਥਾਂ ਦੇ ਵਿੱਚ, ਵੇਦ ਸ਼ਾਸਤਰ ਦੇ ਵਿੱਚ ਇਹਦੇ ਵਿੱਚ ਜਿਹੜੀ ਰੀਤੀ ਸਮਝਾਈ ਗਈ ਹੈ। ਪਰੰਪਰਾ ਪਾਵਨ ਵਰ ਧਰਮਾ। ਇਹ ਪਰੰਪਰਾ ਹੈ, ਇੱਕ ਪਰੰਪਰਾ ਚਲਦੀ ਆਉਂਦੀ ਹੈ, ਵਿਚਾਰ ਚਲਦੀ ਆਉਂਦੀ ਹੈ, ਇੱਕ ਸਾਡੇ ਧਰਮ ਦੀ ਰੀਤ ਚਲਦੀ ਆਉਂਦੀ ਹੈ, ਰਿਵਾਜ਼ ਹੈ ਇੱਕ, ਤੇ ਸਾਡਾ ਫਰਜ਼ ਹੈ ਉਸ ਰਿਵਾਜ਼ ਨੂੰ ਨਿਭਾਉਣਾ। ਕੁਛ ਰੀਤੀਆਂ ਨੇ, ਕੁਛ ਰਿਵਾਜ਼ ਨੇ, ਸਾਡੇ ਵਿੱਚ ਵੀ ਕੁਛ ਰੀਤੀਆਂ ਨੇ, ਕੁਛ ਰਿਵਾਜ਼ ਨੇ, ਤੇ ਕੁਛ ਰਿਵਾਜ਼ ਐਸੇ ਨੇ ਜਿਹੜੇ ਅਸੀਂ ਲਕੀਰ ਦੇ ਫਕੀਰ ਬਣੇ ਹੁੰਦੇ। ਕੁਛ ਰਿਵਾਜ਼ ਠੀਕ ਹੈ, ਪਰ ਕੁਛ ਰਿਵਾਜ਼ ਐਸੇ ਨੇ ਜਿਹੜੇ ਲਕੀਰ ਦੇ ਫਕੀਰ ਵੀ ਮੇਰਾ ਪਿਓ ਕਰਦਾ ਸੀ, ਮੈਂ ਤੇ ਉਹ ਕੰਮ ਕਰਨਾ ਹੀ ਕਰਨਾ। ਇਹ ਮੇਰਾ ਦਾਦਾ ਕਰਦਾ ਸੀ, ਇਹ ਨਹੀਂ ਵੀ ਹੁਣ ਉਸ ਸਮੇਂ ਉਹਨੂੰ ਪਤਾ ਨਹੀਂ ਸੀ ਵੀ ਦਾਦਾ ਕਿਉਂ ਕਰਦਾ ਸੀ।
ਹੁਣ ਮੈਂ ਕਹਾਂ ਵੀ ਮੇਰਾ ਦਾਦਾ ਤੇ ਮਿੱਟੀ ਦੇ ਤੇਲ ਦਾ ਦੀਵਾ ਜਗਾਉਂਦਾ ਸੀ, ਰਾਤ ਨੂੰ ਤੇ ਲੈਲਟਨ ਜਗਾਉਂਦੇ ਸੀ ਘਰ ਦੇ ਵਿੱਚ, ਤੇ ਮੈਂ ਵੀ ਲੈਲਟਨ ਜਗਾ ਕੇ ਮੈਂ ਜਿੱਦ ਕਰਕੇ ਬਹਿ ਜਾ ਵੀ ਮੈਂ ਵੀ ਮਿੱਟੀ ਦੇ ਤੇਲ ਦੀ ਲੈਲਟਨ ਜਗਾਣੀ ਹੈ। ਕਿਉਂ? ਮੇਰਾ ਦਾਦਾ ਜਗਾਉਂਦਾ ਸੀ। ਇਹ ਜਿੱਦ ਹੋਊਗੀ ਨਾ। ਉਹ ਲੋੜ ਸੀ ਉਸ ਸਮੇਂ ਦੀ ਲੈਲਟਨ ਜਗਾਉਣ ਦੀ, ਜ਼ਰੂਰਤ ਸੀ। ਅੱਜ ਦੀ ਤਰ੍ਹਾਂ ਬਿਜਲੀ ਨਹੀਂ ਸੀ, ਜਗਾਉਣੀ ਪੈਂਦੀ ਸੀ, ਦੀਵਾ ਜਗਾਉਣਾ ਪੈਂਦਾ ਸੀ, ਲੋੜ ਸੀ ਸਮੇਂ ਦੀ। ਘੜੇ ਪਾਣੀ ਦੇ ਭਰ ਕੇ ਘਰਾਂ 'ਚ ਰੱਖਣੇ ਪੈਂਦੇ ਸੀ, ਲੋੜ ਸੀ ਸਮੇਂ ਦੀ। ਹੁਣ ਅੱਜ ਲੋੜ ਨਹੀਂ ਰਹੇਗੀ। ਜੇ ਅਸੀਂ ਉਸੇ ਚੀਜ਼ ਨੂੰ ਜਿੱਦ ਫੜ ਕੇ, ਜੇ ਕੋਈ ਅੱਜ ਆਖੇ ਕਿ ਮੈਂ ਤੇ ਆਪਣੀ ਬਰਾਤ ਰੱਥ ਵਿੱਚ ਹੀ ਲੈ ਕੇ ਜਾਵਾਂਗਾ, ਗੱਡਾ ਲਿਆਵਾਂਗਾ ਮੈਂ ਤੇ ਪੁਰਾਣਾ ਕਿਤੋਂ, ਕਿਉਂ ਜੀ? ਸਾਡੇ ਦਾਦੇ ਪੜਦਾਦੇ ਗੱਡਿਆਂ 'ਚ ਬਰਾਤਾਂ ਲੈ ਕੇ ਜਾਂਦੇ ਸੀ, ਅਸੀਂ ਵੀ ਗੱਡਿਆਂ 'ਚ ਲੈ ਕੇ ਜਾਵਾਂਗੇ। ਕੀ ਆਖਾਂਗੇ? ਬੜੇ ਸਿਆਣੇ ਨੇ। ਨਹੀਂ, ਸਮਝਾਇਆ ਜਾਏਗਾ ਉਹਨੂੰ ਪਿਆਰ ਨਾਲ, ਪੁੱਤਰ ਉਸ ਸਮੇਂ ਗੱਡੇ ਹੀ ਸੀ, ਉਸ ਸਮੇਂ ਘੋੜੇ ਹੀ ਸੀ, ਉਸ ਸਮੇਂ ਰੱਥ ਹੀ ਸੀ, ਤਾਂ ਕਰਕੇ ਰੱਥਾਂ 'ਚ ਘੋੜਿਆਂ 'ਚ ਬਰਾਤ ਜਾਂਦੀ ਸੀ। ਅੱਜ ਗੱਡੀਆਂ ਆ ਗਈਆਂ ਨੇ, ਕਾਰਾਂ ਆ ਗਈਆਂ ਨੇ, ਅੱਜ ਹਵਾਈ ਜਹਾਜ਼ ਆ ਗਏ ਨੇ, ਹੁਣ ਅੱਜ ਵੀ ਗੱਡਾ ਵਰਤੇਗਾ ਤੂੰ। ਉਹ ਇੱਕ ਪਾਸੇ ਤਾਂ ਸਭ ਨੂੰ ਸਮਝ ਆ ਗਈ, ਪਰ ਧਾਰਮਿਕ ਪਾਸੇ ਸਾਨੂੰ ਅਸੀਂ ਪਤਾ ਨਹੀਂ ਕਿਉਂ ਨਹੀਂ ਜਿੱਦ ਛੱਡਣ ਦਾ ਨਾਂ ਲੈ ਰਹੇ। ਜਿਹੜੀ ਧਾਰਮਿਕ ਵਾਲੇ ਪਾਸੇ ਦੀ, ਉਸ ਜਿੱਦ ਨੂੰ ਛੱਡਣ ਦਾ ਨਾਂ ਕਿਉਂ ਨਹੀਂ ਲੈ ਰਹੇ? ਉਹ ਵੀ ਛੱਡ ਦਈਏ। ਜਿੱਥੇ ਮਿੱਟੀ ਦੇ ਤੇਲ ਦੇ ਦੀਵੇ ਛੱਡਤੇ, ਜਿੱਥੇ ਅਸੀਂ ਮਿੱਟੀ ਵਾਲੇ ਚੌਂਕੇ ਛੱਡਤੇ। ਕਿਤੇ ਮਿਲੇਗਾ ਪਛੜੇ ਹੋਏ ਪਿੰਡ ਦੇ ਵਿੱਚ ਮਿੱਟੀ ਦਾ ਚੌਂਕਾ ਬਣਿਆ ਹੋਇਆ ਜਾਂ ਮਿੱਟੀ ਦਾ ਚੁੱਲ੍ਹਾ ਬਣਿਆ ਹੋਇਆ, ਲੱਕੜਾਂ ਬਾਲਦੇ ਹੋਏ ਕੋਈ ਵਿਰਲੇ ਮਿਲਣਗੇ। ਗੈਸ ਬਾਲਦੇ ਨੇ। ਤੇ ਜੇ ਅੱਜ ਵੀ ਰਸੋਈ ਦੇ ਵਿੱਚ ਲੱਗਾ ਹੋਏ ਪੱਥਰ ਤੇ ਕਮਾਈ ਕਰੇ ਜਿੱਦ ਵੀ ਮੈਂ ਤੇ ਇੱਥੇ ਲੱਕੜਾਂ ਹੀ ਬਾਲਣੀਆਂ ਨੇ, ਕੋਈ ਬਾਲਣ ਦੇਗਾ? ਪਰ ਜਿੱਥੇ ਉਹ ਕੰਮ ਛੱਡੇ ਨੇ, ਉੱਥੇ ਜਿਹੜੇ ਅਸੀਂ ਧਾਰਮਿਕ ਕੰਮ ਕਰਕੇ ਰਿਵਾਜ਼ਾਂ ਦੇ ਮਗਰ ਪਏ ਹੋਏ ਆ ਵੀ ਸਾਡੇ ਤੇ ਜੀ ਰਿਵਾਜ਼ ਚੱਲਦਾ ਹੁੰਦਾ, ਸਾਡੇ ਤੇ ਰਿਵਾਜ਼, ਸਾਡੇ ਤੇ ਵੱਡੇ ਇਵੇਂ ਕਰਦੇ ਸੀ, ਅਸੀਂ ਤਾਂ ਉਵੇਂ ਕਰਨਾ ਹੀ ਕਰਨਾ। ਮੈਂ ਜ਼ਿਕਰ ਨਹੀਂ ਕਰਾਂਗਾ ਵੀ ਕੀ ਕੀ ਰਿਵਾਜ਼ ਨੇ, ਸਾਨੂੰ ਪਤਾ ਹੈ ਵੀ ਅਸੀਂ ਕਿਹੜੇ ਕਿਹੜੇ ਰਿਵਾਜ਼ ਆਪਣੇ ਆਪ ਨੂੰ ਚਿੰਬੜੇ ਹੋਏ ਨੇ, ਚਿੰਬੜੇ ਹੋਏ ਨੇ ਸਾਨੂੰ ਸਾਰਿਆਂ ਨੂੰ ਰਿਵਾਜ਼। ਤੇ ਜੇ ਉਹ ਰਿਵਾਜ਼ ਚੰਬੇੜੇ ਨੇ ਤੇ ਇਹ ਚੰਬੇੜੀਏ, ਇਹ ਕਿਉਂ ਛੱਡਣੇ ਆ? ਲੈਲਟਨ ਬਾਲੀਏ, ਮਿੱਟੀ ਦੇ ਤੇਲ ਦੇ ਦੀਵੇ ਬਾਲੀਏ, ਸੀਸੀ ਦੇ ਵਿੱਚ ਪਾ ਕੇ ਤੇਲ, ਮਿੱਟੀ ਦਾ ਤੇਲ ਪਾ ਕੇ ਉੱਤੇ ਢੱਕਣ ਦੇ ਕੇ ਤੇ ਵਿੱਚੋਂ ਦੀ ਮੋਟੀ ਵੱਟ ਪਾ ਕੇ, ਮੈਨੂੰ ਚੇਤੇ ਹੈ, ਤੇ ਮਿੱਟੀ ਦੇ ਤੇਲ ਦਾ ਦੀਵਾ ਜਗਾਇਆ ਜਾਂਦਾ ਸੀ। ਕਾਰਨ ਕੀ ਸੀ? ਲਾਈਟ ਨਹੀਂ ਸੀ, ਜੇ ਹੈ ਸੀ ਤੇ ਬਹੁਤਾ ਸਮਾਂ ਰਹਿੰਦੀ ਨਹੀਂ ਸੀ, ਕੋਈ ਸਮਾਂ ਰਹਿਣੀ। ਤੇ ਜੇ ਅੱਜ ਅਸੀਂ ਇਸੇ ਜਿਵੇਂ ਉਹ ਅਸੀਂ ਛੱਡਤਾ ਹੈ ਨਾ, ਉਵੇਂ ਜਿਹੜੇ ਹੋਰ ਕੁਝ ਕਰਮ ਕਾਂਡ ਨੇ ਨਾ, ਉਹਨਾਂ ਨੂੰ ਵੀ ਛੱਡੀਏ, ਉਹ ਵੀ ਛੱਡਣੇ ਪੈਣਗੇ। ਵੀ ਇਹ ਜਿਹੜੇ ਰਿਵਾਜ਼ ਸੀ ਇਹ ਬੜੇ ਪੁਰਾਣੇ ਸੀ। ਹੁਣ ਆਪਾਂ ਗੁਰੂ ਦੇ ਕਹੇ ਮੁਤਾਬਕ ਚੱਲਣਾ, ਤੇ ਗੁਰੂ ਕਹਿੰਦਾ ਵੀ ਭਾਈ ਹੁਣ ਤੇ ਇੱਕੋ ਹੀ ਕਰਮ ਕਰਿਆ ਕਰ। ਅਬ ਕੱਲੂ ਆਇਓ ਰੇ, ਕੀ ਕੰਮ ਕਰਿਆ ਕਰ? ਇੱਕ ਨਾਮ ਬਵ ਬਵ, ਇੱਕ ਨਾਮ ਬਵ ਬਵ, ਇੱਕ ਨਾਮ, ਇੱਕ ਨਾਮ ਬਵ ਬਵ, ਇੱਕ ਨਾਮ ਬਵ ਬਵ, ਇੱਕ। ਗੁਰੂ ਕਹਿੰਦਾ ਹੁਣ ਕਲਯੁਗ ਹੈ ਭਾਈ, ਨਾਮ ਦਾ ਬੀਜ ਬੀਜਿਆ ਕਰ, ਛੱਡ ਦੇ ਬਾਕੀ ਕਰਮ ਕਾਂਡ, ਛੱਡ ਦੇ ਬਾਕੀ ਵਹਿਮ ਭਰਮ ਜਿੰਨੇ ਵੀ ਨੇ, ਛੱਡ ਦੇ ਵਿਚਾਰ ਵੀ ਮੰਗਲਵਾਰ ਨੂੰ ਮੇਰਾ ਦਾਦਾ ਸਿਰ ਨਹੀਂ ਸੀ ਧੋਂਦਾ, ਮੈਂ ਵੀ ਨਹੀਂ ਧੋਣਾ। ਛੱਡ ਦੇ ਇਹਨਾਂ ਵਿਚਾਰਾਂ ਨੂੰ, ਨਾ ਪਕੜੀ ਰੱਖ। ਬਾਕੀ ਛੱਡਤਾ ਨਾ ਸਾਰਾ ਕੁਛ, ਜਾਂ ਤੇ ਬਾਕੀ ਵੀ ਪਕੜ ਰੱਖ, ਉਸੇ ਤਰ੍ਹਾਂ ਪਕੜ ਰੱਖ ਵੀ ਮੇਰਾ ਦਾਦਾ ਤੇ 50 ਕਿਲੋਮੀਟਰ ਤੁਰ ਕੇ ਵੀ ਚਲਾ ਜਾਂਦਾ ਸੀ, ਤੇ ਤੂੰ ਤੇ 5 ਮੀਟਰ ਨਹੀਂ ਤੁਰ ਕੇ ਜਾਇਆ। ਅੱਜ ਦੇ ਵੱਸ ਹੋਵੇ ਨਾ, ਅੱਜ ਦੇ ਬੱਚਿਆਂ ਦੇ ਵੱਸ ਕਿਤੇ ਤੇ ਬਾਥਰੂਮ ਵਗੈਰਾ ਵੀ ਮੋਟਰਸਾਈਕਲ ਤੇ ਜਾਣ, ਫਿਰ ਜਾਂ ਤੇ ਉਹ ਗੱਲਾਂ ਵੀ ਪਕੜ। ਇਹ ਕਿਉਂ ਪਕੜੀਆਂ ਹੋਈਆਂ ਨੇ? ਕੁਛ ਕਰਮ ਕਾਂਡ ਅਸੀਂ ਚੰਬੇੜੇ ਹੋਏ ਨੇ ਆਪਣੇ ਆਪ ਨੂੰ ਆਪੇ ਹੀ। ਤੇ ਗੁਰੂ ਕਹਿੰਦੇ ਛੱਡ ਦੇ, ਇੱਕੋ ਹੀ ਕੰਮ ਕਰਿਆ ਕਰ, ਨਾਮ ਜਪਿਆ ਕਰ, ਸਤ ਸੰਗਤ ਕਰਿਆ ਕਰ, ਸੇਵਾ ਕਰਿਆ ਕਰ, ਗੁਰੂ ਦੀ ਸ਼ਰਨ ਦੇ ਵਿੱਚ ਆ, ਤੈਨੂੰ ਜੀਵਨ ਦੀ ਸਮਝ ਆ ਜਾਏ। ਤੂੰ ਐਵੇਂ ਕਰਮ ਕਾਂਡਾਂ ਦੇ ਵਿੱਚ ਨਾ ਚਿੰਬੜਿਆ ਰਿਹਾ, ਰਿਵਾਜ਼ਾਂ ਵਿੱਚ ਨਾ ਚਿੰਬੜਿਆ ਰਿਹਾ। ਛੱਡ ਦੇ ਪੁਰਾਣੇ ਰਿਵਾਜ਼ ਚਲੇ ਗਏ।
ਗੁਰਮਤਿ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਕਰ। ਕਿਵੇਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ, ਰਹਿਮਤਾਂ ਕਰਦੇ ਪਏ ਨੇ ਪੰਡਤ ਤੇ, ਕੀ ਸਮਝਾਉਂਦੇ ਨੇ, ਕਿਸ ਤਰ੍ਹਾਂ ਪੰਡਤ ਸਵਾਲ ਕਰਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਸਤਿਗੁਰੂ ਜੀ ਉਹਦੇ ਸਵਾਲਾਂ ਦਾ ਜਵਾਬ ਕਿਵੇਂ ਦੇਣਾ ਕਰਦੇ ਨੇ। ਤਾਂ ਪ੍ਰਸੰਗ ਨੂੰ ਕਵੀ ਰਾਜ ਸਾਡੇ ਸਾਹਮਣੇ ਕਿਵੇਂ ਰੱਖਦੇ ਨੇ ਅਗਲੇ ਦੀਵਾਨਾਂ 'ਚ ਸਰਵਣ ਕਰਾਂਗੇ। ਆਓ ਪਿਆਰ ਸਤਿਕਾਰ ਸਹਿਤ ਕੁਛ ਕੁ ਮਿੰਟ ਜੁੜਨ ਦਾ ਯਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਜੁੜੀਏ ਜੀ। ਵਾਹਿਗੁਰੂ।